ਦੇ ਕਾਂਗਰਸ ਦੇ ਬਹੁਤ ਸੀਨੀਅਰ ਲੀਡਰ ਬ੍ਰਹਮ ਮਹਿੰਦਰਾ ਉਹ ਇਸ ਵਾਰ ਸ਼ਾਇਦ ਇਲੈਕਸ਼ਨ ਲੜਦੇ ਹੋਏ ਨਜ਼ਰ ਨਹੀਂ ਆਉਣਗੇ। ਉਹਨਾਂ ਦੇ ਬੇਟੇ ਚੋਣ ਮੈਦਾਨ ਦੇ ਵਿੱਚ ਹੋਣਗੇ। ਜਿਹੜੀ ਪਟਿਆਲਾ ਰੂਰਲ ਸੀਟ ਹੈ ਉਹ ਮੋਹਿਤ ਮਹਿੰਦਰਾ ਨੂੰ ਦਿੱਤੀ ਗਈ ਹੈ। ਬ੍ਰਹਮ ਮਹਿੰਦਰਾ ਦੇ ਕੋਲੋਂ ਸੀਟ ਸੀ ਤੇ ਇਸ ਵਾਰ ਦਿੱਤੀ ਗਈ ਹੈ ਉਹ ਮੋਹਿਤ ਮਹਿੰਦਰਾ ਨੂੰ। ਇਸ ਦੇ ਉੱਤੇ ਆਵਾਂਗਾ ਪਰ ਉਸ ਤੋਂ ਪਹਿਲਾਂ ਇੱਕ ਇੱਕ ਕਰਕੇ ਜਿਹੜੇ ਵੱਡੇ ਨਾਮ ਨੇ ਉਸ ਦਾ ਅਸੀਂ ਜ਼ਿਕਰ ਕਰ ਦਈਏ। ਚਮਕੌਰ ਸਾਹਿਬ ਤੋਂ ਚਰਨਜੀਤ ਸਿੰਘ ਚੰਨੀ, ਅੰਮ੍ਰਿਤਸਰ ਈਸਟ ਤੋਂ ਨਵਜੋਤ ਸਿੰਘ ਸਿੱਧੂ, ਇਹ ਨਾਮ ਅਨਾਉਂਸ ਕਰ ਦਿੱਤੇ ਗਏ ਨੇ। ਜਿਹੜੇ 86 ਨਾਮ ਆਏ ਨੇ ਉਹਨਾਂ ਦੇ ਵਿੱਚੋਂ ਇੱਕ ਇੱਕ ਕਰਕੇ ਮੈਂ ਤੁਹਾਡੇ ਤੱਕ ਨਾਮ ਪਹੁੰਚਾ ਰਿਹਾ। ਵੱਡੀਆਂ ਹਸਤੀਆਂ ਪੰਜਾਬ ਦੀਆਂ, ਪੰਜਾਬ ਦੀ ਸਿਆਸਤ ਦੀਆਂ, ਤਾਂ ਉਸ ਦੇ ਵਿੱਚ ਅਸੀਂ ਜ਼ਿਕਰ ਕਰ ਰਹੇ ਹਾਂ ਕਿ ਕਿਹੜੇ-ਕਿਹੜੇ ਨਾਮ ਨੇ ਜਿਨ੍ਹਾਂ ਦਾ ਅਨਾਉਂਸਮੈਂਟ ਕਰ ਦਿੱਤਾ ਗਿਆ ਹੈ। ਤਾਂ ਚਮਕੌਰ ਸਾਹਿਬ ਤੋਂ ਚਰਨਜੀਤ ਸਿੰਘ ਚੰਨੀ, ਅੰਮ੍ਰਿਤਸਰ ਈਸਟ ਤੋਂ ਨਵਜੋਤ ਸਿੰਘ ਸਿੱਧੂ ਨੂੰ ਚੋਣ ਮੈਦਾਨ ਦੇ ਵਿੱਚ ਪਾਰਟੀ ਨੇ ਉਤਾਰ ਦਿੱਤਾ। ਇਸ ਤੋਂ ਬਾਅਦ ਕਿਉਂਕਿ ਮਜੀਠਾ ਵਿਧਾਨ ਸਭਾ ਹਲਕਾ ਬਹੁਤ ਇੰਪੋਰਟੈਂਟ ਸੀ, ਇਸ ਵਾਰ ਲੱਗ ਰਿਹਾ ਸੀ ਕਿ ਮਜੀਠਾ ਦੇ ਵਿੱਚ ਸਿੱਧੂ ਵਰਸਸ ਮਜੀਠੀਆ ਹੋਏਗਾ ਪਰ ਇਸ ਤਰੀਕੇ ਨਾਲ ਨਹੀਂ ਹੋਇਆ। ਜੱਗਾ ਮਜੀਠੀਆ ਉੱਥੋਂ ਲਾਲੀ ਮਜੀਠੀਆ ਦੀ ਥਾਂ ਕਾਂਗਰਸ ਦੇ ਉਮੀਦਵਾਰ ਇਸ ਵਾਰ ਹੋਣਗੇ। ਪਰ ਉਸ ਤੋਂ ਬਾਅਦ ਇਹ ਦੋ ਸੀਟਾਂ ਵੀ ਬਹੁਤ ਅਹਿਮ ਸੀ ਇਸ ਵਾਰ, ਜਿਨ੍ਹਾਂ ਦੇ ਉੱਤੇ ਪੂਰਾ ਪੇਚ ਫਸਿਆ ਹੋਇਆ ਸੀ ਕਿ ਇਸ ਸੀਟਾਂ ਦਾ ਕੀ ਹੋਏਗਾ। ਮੋਗਾ ਤੋਂ ਮਾਲਵਿਕਾ ਸੂਦ ਨੂੰ ਟਿਕਟ ਮਿਲ ਚੁੱਕੀ ਹੈ, ਜਦਕਿ ਮਾਨਸਾ ਤੋਂ ਸਿੱਧੂ ਮੂਸੇਵਾਲਾ ਕਾਂਗਰਸ ਦੇ ਇਸ ਵਾਰ ਦੇ ਉਮੀਦਵਾਰ ਹੋਣਗੇ। ਦੋਵੇਂ ਸੀਟਾਂ ਬਹੁਤ ਅਹਿਮ ਸੀ, ਜਾਂ ਕਹੀਏ ਕਿ ਜਿਸ ਨੂੰ ਲੈ ਕੇ ਰੇੜਕਾ ਬੜਾ ਜ਼ਬਰਦਸਤ ਨਜ਼ਰ ਆ ਰਿਹਾ ਸੀ। ਬਹੁਤ ਸਾਰੀਆਂ ਸੀਟਾਂ ਅਜਿਹੀਆਂ ਨੇ ਜਿਨ੍ਹਾਂ ਦੇ ਉੱਤੇ ਬਹੁਤ ਕਲੀਅਰ ਕੱਟ ਸੀ ਕਿ ਇਹਨਾਂ ਨੂੰ ਹੀ ਕਾਂਗਰਸ ਦੇ ਵਿਧਾਇਕਾਂ ਨੂੰ ਟਿਕਟ ਮਿਲੇਗੀ। ਪਰ ਦੂਜੇ ਪਾਸੇ ਤੁਹਾਨੂੰ ਦੱਸ ਦਈਏ ਕਿ ਇਹ ਸੀਟਾਂ ਜਿਨ੍ਹਾਂ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਬਹੁਤ ਅਹਿਮ, ਔਰ ਜਿੱਥੇ ਹੁਣ ਇਸ ਵਾਰ ਮਾਲਵਿਕਾ ਸੂਦ ਹੋਣਗੇ। ਮੋਗਾ ਤੋਂ ਹਰਜੋਤ ਕਮਲ ਦੀ ਟਿਕਟ ਕੱਟੀ ਗਈ। ਸਿੱਧੂ ਮੂਸੇਵਾਲਾ ਇਸ ਵਾਰ ਹੋਣਗੇ ਮਾਨਸਾ ਤੋਂ। ਨਾਜਰ ਸਿੰਘ ਮਾਨਸ਼ਾਹੀਆ, ਜਸਪਿੰਦਰਵੀਰ ਸਿੰਘ ਚਹਿਲ ਜੋ ਬਹੁਤ ਵਿਰੋਧ ਕਰ ਰਹੇ ਸੀ, ਉਹਨਾਂ ਦੇ ਵਿਰੋਧ ਦਾ ਸਿੱਧੂ ਮੂਸੇਵਾਲਾ ਨੂੰ ਵੋਟਾਂ ਦੇ ਵਿੱਚ ਨੁਕਸਾਨ ਹੋਏਗਾ ਨਹੀਂ ਹੋਏਗਾ ਇਹ ਰਿਜ਼ਲਟ ਦੱਸਣਗੇ, ਪਰ ਟਿਕਟ ਦੀ ਵੰਡ ਦੇ ਸਮੇਂ ਤਾਂ ਨੁਕਸਾਨ ਨਹੀਂ ਹੋਇਆ। ਉਸ ਤੋਂ ਬਾਅਦ ਦੋ ਹੋਰ ਸੀਟਾਂ ਪ੍ਰਤਾਪ ਸਿੰਘ ਬਾਜਵਾ ਮੈਦਾਨ ਦੇ ਵਿੱਚ ਨੇ, ਚੋਣ ਮੈਦਾਨ ਦੇ ਵਿੱਚ ਨੇ। ਪ੍ਰਤਾਪ ਸਿੰਘ ਬਾਜਵਾ ਪਹਿਲਾਂ ਹੀ ਕਹਿ ਚੁੱਕੇ ਸੀ ਕਿ ਅਸੀਂ ਇਸ ਵਾਰ ਇਲੈਕਸ਼ਨ ਲੜੂੰਗਾ ਮੈਂ, ਔਰ ਰਾਜ ਸਭਾ ਤੋਂ ਰੁਕ ਕਰਾਂਗਾ ਪੰਜਾਬ ਦੀ ਸਿਆਸਤ ਦਾ, ਪੰਜਾਬ ਵਿਧਾਨ ਸਭਾ ਦਾ। ਪ੍ਰਤਾਪ ਸਿੰਘ ਬਾਜਵਾ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ, ਮਾਝੇ ਦਾ, ਪੰਜਾਬ ਦਾ ਸਿਆਸਤ ਦਾ ਵੱਡਾ ਨਾਮ ਹੈ। ਇਸ ਵਾਰ ਵਿਧਾਨ ਸਭਾ ਚੋਣਾਂ ਕਾਦੀਆਂ ਤੋਂ ਲੜਦੇ ਨਜ਼ਰ ਆਉਣਗੇ। ਕਾਦੀਆਂ ਵਿਧਾਨ ਸਭਾ ਹਲਕਾ ਬਾਜਵਾ ਪਰਿਵਾਰ ਦਾ ਗੜ ਕਿਹਾ ਜਾਂਦਾ ਹੈ, ਪਰ ਇੱਥੇ ਦਿਲਚਸਪ ਟੱਕਰ ਇਸ ਕਰਕੇ ਹੋਏਗੀ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਨੂੰ ਆਪਣੇ ਹੀ ਭਰਾ ਫਤਿਹਜੰਗ ਬਾਜਵਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਭੁਲੱਥ ਵਿਧਾਨ ਸਭਾ ਹਲਕਾ, ਭੁਲੱਥ ਦੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਪਿਛਲੀ ਵਾਰ 2017 ਦੀਆਂ ਚੋਣਾਂ ਦੇ ਵਿੱਚ। ਆਮ ਆਦਮੀ ਪਾਰਟੀ ਦੀ ਟਿਕਟ ਦੇ ਉੱਤੇ ਜਿੱਤਿਆ ਸੀ ਇਹ ਨਾਮ ਸੁਖਪਾਲ ਸਿੰਘ ਖਹਿਰਾ, ਪਰ ਪਾਰਟੀ ਛੱਡੀ, ਆਮ ਆਦਮੀ ਪਾਰਟੀ ਤੋਂ ਵੱਖ ਹੋਏ, ਨਵੀਂ ਪਾਰਟੀ ਬਣਾਈ। ਉਸ ਤੋਂ ਬਾਅਦ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਤੇ ਉਹਨਾਂ ਨੂੰ ਟਿਕਟ ਵੀ ਮਿਲ ਗਈ ਹੈ। ਖਾਸ ਇਹ ਹੈ ਕਿ ਸੁਖਪਾਲ ਸਿੰਘ ਖਹਿਰਾ ਦੀ ਐਂਟਰੀ ਕੈਪਟਨ ਅਮਰਿੰਦਰ ਸਿੰਘ ਨੇ ਕਰਵਾਈ ਸੀ ਔਰ ਬਾਵਜੂਦ ਇਸ ਦੇ ਟਿਕਟ ਉਹਨਾਂ ਨੂੰ ਮਿਲ ਚੁੱਕੀ ਹੈ। ਬਹੁਤ ਅਹਿਮ ਨਾਮ ਨੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਸੀ, ਉਹਨਾਂ ਨੂੰ ਕਾਂਗਰਸ ਨੇ ਜਾਣ ਨਹੀਂ ਦਿੱਤਾ। ਸਾਧੂ ਸਿੰਘ ਧਰਮਸੋਲ ਟਿਕਟ ਅਨਾਉਂਸ, ਨਾਭਾ ਤੋਂ ਚੋਣ ਲੜਨਗੇ। ਕੈਪਟਨ ਸੰਦੀਪ ਸੰਧੂ ਕੈਪਟਨ ਅਮਰਿੰਦਰ ਸਿੰਘ ਦੇ ਖਾਸਮ ਖਾਸ ਦਾਖਾ ਤੋਂ ਵਿਧਾਨ ਸਭਾ ਤੋਂ ਚੋਣਾਂ ਲੜਨਗੇ, ਦਾਖਾ ਵਿਧਾਨ ਸਭਾ ਹਲਕੇ ਤੋਂ। ਉਸ ਤੋਂ ਬਾਅਦ ਦੋ ਹੋਰ ਨਾਮ ਮਲੋਟ ਤੋਂ ਰੁਪਿੰਦਰ ਕੌਰ ਰੂਬੀ ਇਸ ਵਾਰ ਚੋਣ ਮੈਦਾਨ ਦੇ ਵਿੱਚ ਉਤਰਨਗੇ। ਮਲੋਟ ਵਿਧਾਨ ਸਭਾ ਹਲਕੇ ਤੋਂ ਰੁਪਿੰਦਰ ਕੌਰ ਰੂਬੀ ਕੁਝ ਦੇਰ ਪਹਿਲਾਂ ਹੀ ਜਿਹੜੇ ਆਮ ਆਦਮੀ ਪਾਰਟੀ ਛੱਡ ਕੇ, ਆਮ ਆਦਮੀ ਪਾਰਟੀ ਦੇ ਵਿਧਾਇਕ ਮੌਜੂਦਾ ਸਮੇਂ 'ਚ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਦੇ ਵਿੱਚ ਐਂਟਰੀ ਮਾਰਦੇ ਨੇ ਤੇ ਉਸ ਤੋਂ ਬਾਅਦ ਹੁਣ ਕਾਂਗਰਸ ਦੇ ਵੱਲੋਂ ਇਹ ਤਕਰੀਬਨ ਤੈਅ ਹੋ ਜਾਂਦਾ ਹੈ ਕਿ ਜਦੋਂ ਕੋਈ ਵਿਧਾਇਕ ਆਪਣੀ ਪਾਰਟੀ ਛੱਡ ਕੇ ਆ ਰਿਹਾ ਹੋਵੇ ਤਾਂ ਫਿਰ ਉਸ ਦੀ ਸੀਟ ਤਕਰੀਬਨ ਕਨਫਰਮ ਹੁੰਦੀ ਹੈ ਕਿ ਉਸ ਨੂੰ ਤਾਂ ਟਿਕਟ ਮਿਲ ਹੀ ਜਾਏਗੀ। ਤਾਂ ਮਲੋਟ ਤੋਂ ਰੁਪਿੰਦਰ ਕੌਰ ਰੂਬੀ ਜੋ ਆਮ ਆਦਮੀ ਪਾਰਟੀ ਛੱਡ ਕੇ ਆਏ ਨੇ, ਕਾਂਗਰਸ ਦੇ ਵਿੱਚ ਵਿਧਾਇਕ ਨੇ, ਉਹਨਾਂ ਨੂੰ ਇੱਕ ਵਾਰ ਫਿਰ ਤੋਂ ਮਲੋਟ ਤੋਂ ਮੈਦਾਨ ਦੇ ਵਿੱਚ ਉਤਾਰਿਆ ਗਿਆ। ਗਿੱਦੜਬਾਹਾ ਤੋਂ ਵੱਡਾ ਨਾਮ ਪੰਜਾਬ ਦੀ ਸਿਆਸਤ ਦਾ ਅਮਰਿੰਦਰ ਸਿੰਘ ਰਾਜਾ ਵੜਿੰਗ, ਤਾਂ ਇਹ ਦਿਲਚਸਪ ਟੱਕਰ ਨਜ਼ਰ ਆਏਗੀ। ਸੁਖਬੀਰ ਸਿੰਘ ਬਾਦਲ ਦਾ ਨਿਊਜ਼ 18 ਤੇ ਦਿੱਤਾ ਬਿਆਨ ਤੁਹਾਨੂੰ ਯਾਦ ਹੋਏਗਾ, ਕਹਿੰਦੇ ਸੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਜ਼ਮਾਨਤ ਜ਼ਬਤ ਹੋ ਜਾਏਗੀ। ਖੈਰ ਇਸ ਵਾਰ ਇੱਕ ਵਾਰ ਫਿਰ ਤੋਂ ਜੋ ਸੀਟ ਕਨਫਰਮ ਲੱਗ ਰਹੀ ਸੀ ਕਿ ਇਹਨਾਂ ਨੂੰ ਹੀ ਮਿਲੇਗੀ ਟਿਕਟ, ਤਾਂ ਗਿੱਦੜਬਾਹਾ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਇੱਕ ਵਾਰ ਫਿਰ ਤੋਂ ਚੋਣ ਮੈਦਾਨ ਦੇ ਵਿੱਚ ਉਤਰਦੇ ਹੋਏ ਨਜ਼ਰ ਆਉਣਗੇ। ਤਾਂ ਇਹ ਉਹ ਸੀਟਾਂ ਨੇ ਜਿਸਦਾ ਅਸੀਂ ਜ਼ਿਕਰ ਕਰ ਰਹੇ ਹਾਂ, ਇੱਕ ਇੱਕ ਕਰਕੇ ਹਰ ਇੱਕ ਸੀਟ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਆਏਗੀ ਔਰ ਅਸੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਦੋ ਹੋਰ ਵੱਡੇ ਨਾਮ ਪੰਜਾਬ ਦੀ ਸਿਆਸਤ ਦੇ, ਇੱਕ ਡੇਰਾ ਬਾਬਾ ਨਾਨਕ ਤੋਂ ਸੁਖਜਿੰਦਰ ਸਿੰਘ ਰੰਧਾਵਾ, ਸੂਬੇ ਦੇ ਗ੍ਰਹਿ ਮੰਤਰੀ, ਮੌਜੂਦਾ ਸਮੇਂ 'ਚ ਡੇਰਾ ਬਾਬਾ ਨਾਨਕ ਤੋਂ ਹੀ ਵਿਧਾਇਕ ਨੇ। ਇੱਕ ਵਾਰ ਫਿਰ ਤੋਂ ਸੁਖਜਿੰਦਰ ਸਿੰਘ ਰੰਧਾਵਾ ਡੇਰਾ ਬਾਬਾ ਨਾਨਕ ਤੋਂ ਹੀ ਚੋਣ ਮੈਦਾਨ ਦੇ ਵਿੱਚ ਉਤਰਨਗੇ। ਉਹਨਾਂ ਦੀ ਵੀ ਟਿਕਟ ਅਨਾਉਂਸ ਕਰ ਦਿੱਤੀ ਗਈ ਹੈ। ਤਕਰੀਬਨ ਸਾਫ਼ ਸੀ, ਸੂਬੇ ਦੇ ਗ੍ਰਹਿ ਮੰਤਰੀ ਨੇ, ਸੂਬੇ ਦੇ ਉਪ ਮੁੱਖ ਮੰਤਰੀ ਨੇ ਤੇ ਉਹਨਾਂ ਨੂੰ ਇੱਕ ਵਾਰ ਫਿਰ ਤੋਂ ਟਿਕਟ ਦਿੱਤੀ ਗਈ ਹੈ। ਲਹਿਰਾ ਗਾਗਾ ਤੋਂ ਰਜਿੰਦਰ ਕੌਰ ਭੱਠਲ ਸਾਬਕਾ ਮੁੱਖ ਮੰਤਰੀ ਨੇ ਪੰਜਾਬ ਦੇ, ਤੇ ਉਹ ਪਿਛਲੀ ਵਾਰ 2017 ਦੇ ਵਿੱਚ ਹਾਰ ਦਾ ਸਾਹਮਣਾ ਉਹਨਾਂ ਨੂੰ ਕਰਨਾ ਪਿਆ ਸੀ। ਇਸ ਵਾਰ ਲਹਿਰਾ ਗਾਗਾ ਤੋਂ ਇੱਕ ਵਾਰ ਫਿਰ ਤੋਂ ਚੋਣ ਮੈਦਾਨ ਦੇ ਵਿੱਚ ਰਜਿੰਦਰ ਕੌਰ ਭੱਠਲ ਨੂੰ ਉਤਾਰਿਆ ਗਿਆ। ਉਹਨਾਂ ਦੀ ਵੀ ਟਿਕਟ, ਬਹੁਤ ਸੀਜ਼ਨਡ ਪੋਲੀਟੀਸ਼ੀਅਨ ਨੇ ਰਜਿੰਦਰ ਕੌਰ ਭੱਠਲ, ਬਹੁਤ ਸੀਨੀਅਰ ਲੀਡਰ ਨੇ, ਤਾਂ ਇੱਕ ਵਾਰ ਫਿਰ ਤੋਂ ਉਹਨਾਂ ਨੂੰ ਟਿਕਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਰੋਪੜ ਬਹੁਤ ਇੰਟਰਸਟਿੰਗ ਹੈ। ਰੋਪੜ ਤੋਂ ਬਰਿੰਦਰ ਢਿੱਲੋਂ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਇੱਕ ਵਾਰ ਫਿਰ ਤੋਂ ਚੋਣ ਮੈਦਾਨ ਦੇ ਵਿੱਚ ਨੇ।
ਬਰਿੰਦਰ ਢਿੱਲੋਂ ਦੀ ਟਿਕਟ ਵੀ ਕਨਫਰਮ ਹੋ ਚੁੱਕੀ ਹੈ। ਬਰਿੰਦਰ ਢਿੱਲੋਂ ਚੋਣ ਮੈਦਾਨ ਦੇ ਵਿੱਚ ਉਤਰਨਗੇ ਰੋਪੜ ਵਿਧਾਨ ਸਭਾ ਹਲਕੇ ਤੋਂ। ਰੋਪੜ ਵਿਧਾਨ ਸਭਾ ਹਲਕੇ ਤੋਂ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਦਿਨੇਸ਼ ਚੱਡਾ ਹੋਣਗੇ, ਜਦਕਿ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਤੋਂ ਡਾਕਟਰ ਦਲਜੀਤ ਚੀਮਾ। ਤਾਂ ਬਰਿੰਦਰ ਢਿੱਲੋਂ ਦੀ ਟੱਕਰ ਰੋਪੜ ਦੇ ਵਿੱਚ ਕਿਸ ਨਾਲ ਹੋਏਗੀ ਉਹ ਤੁਹਾਨੂੰ ਦੱਸ ਰਹੇ ਹਾਂ। ਉਸ ਤੋਂ ਬਾਅਦ ਖੰਨਾ ਵਿਧਾਨ ਸਭਾ ਹਲਕਾ। ਖੰਨਾ ਵਿਧਾਨ ਸਭਾ ਹਲਕਾ ਵੀ ਇਸ ਕਰਕੇ ਖਾਸ ਹੈ ਕਿਉਂਕਿ ਪਹਿਲਾਂ ਬਹੁਤ ਚਰਚਾਵਾਂ ਛਿੜੀਆਂ ਸਨ ਕਿ ਗੁਰਕੀਰਤ ਕੋਟਲੀ ਆਪਣਾ ਵਿਧਾਨ ਸਭਾ ਹਲਕਾ ਬਦਲ ਸਕਦੇ ਨੇ, ਪਰ ਗੁਰਕੀਰਤ ਕੋਟਲੀ ਨੂੰ ਕੈਬਨਿਟ ਦਾ ਰੈਂਕ ਮਿਲ ਗਿਆ ਤੇ ਰੈਂਕ ਮਿਲਣ ਤੋਂ ਬਾਅਦ ਆਪਣੇ ਹਲਕੇ ਦੇ ਵਿੱਚ ਕਿਤੇ ਨਾ ਕਿਤੇ ਮਜ਼ਬੂਤੀ ਦੇ ਵੱਲ ਜਦੋਂ ਕੋਈ ਲੀਡਰ ਜਾਂਦਾ ਹੋਇਆ ਨਜ਼ਰ ਆਵੇ, ਕੈਬਨਿਟ ਰੈਂਕ ਤੋਂ ਬਾਅਦ ਉਸ ਨੂੰ ਲੱਗਦਾ ਹੈ ਕਿ ਹਾਂ ਉਸ ਨੂੰ ਮਜ਼ਬੂਤੀ ਵਾਲੇ ਪਾਸੇ ਜਾ ਰਿਹਾ ਹੈ। ਖੈਰ ਗੁਰਕੀਰਤ ਕੋਟਲੀ ਖੰਨਾ ਤੋਂ ਇੱਕ ਵਾਰ ਫਿਰ ਤੋਂ ਚੋਣ ਮੈਦਾਨ ਦੇ ਵਿੱਚ ਉਤਰਨਗੇ। ਉਸ ਤੋਂ ਬਾਅਦ ਮਜੀਠਾ ਬਹੁਤ ਇੰਟਰਸਟਿੰਗ ਹੈ। ਤਾਂ ਮਜੀਠਾ ਦੇ ਵਿੱਚ ਤਾਂ ਘੱਟੋ ਘੱਟ ਨਵਜੋਤ ਸਿੰਘ ਸਿੱਧੂ ਅਤੇ ਵਿਕਰਮ ਮਜੀਠੀਆ ਦੇ ਵਿਚਾਲੇ ਚੋਣ ਜੰਗ ਨਜ਼ਰ ਨਹੀਂ ਆਏਗੀ। ਹੋ ਸਕਦਾ ਹੈ ਕਿ ਹੁਣ ਵਿਕਰਮ ਮਜੀਠੀਆ ਅੰਮ੍ਰਿਤਸਰ ਈਸਟ ਤੋਂ ਵੀ ਪਰਚੇ ਭਰ ਦੇਣ, ਅੰਮ੍ਰਿਤਸਰ ਈਸਟ ਤੋਂ ਵੀ ਜਾ ਕੇ ਆਪਣੀ ਨੋਮੀਨੇਸ਼ਨ ਫਾਈਲ ਕਰ ਦੇਣ, ਫਿਰ ਸਿੱਧੂ ਵਰਸਸ ਮਜੀਠਾ ਹੋ ਸਕਦਾ ਹੈ। ਮਜੀਠਾ ਵਿਧਾਨ ਸਭਾ ਹਲਕੇ ਦੇ ਵਿੱਚ ਨਹੀਂ ਹੋਏਗਾ ਕਿਉਂਕਿ ਮਜੀਠਾ ਤੋਂ ਕਾਂਗਰਸ ਨੇ ਜੱਗਾ ਮਜੀਠੀਆ ਨੂੰ ਉਮੀਦਵਾਰ ਐਲਾਨ ਦਿੱਤਾ ਹੈ। ਸਾਫ਼ ਹੈ ਕਿ ਜੋ ਪਹਿਲਾਂ ਲੱਗ ਰਿਹਾ ਸੀ ਕਿ ਜਿਹੜੇ ਵੱਡੇ ਹਲਕੇ ਨੇ ਉੱਥੋਂ ਜਿਹੜੇ ਉਮੀਦਵਾਰ ਐਲਾਨੇ ਜਾਣੇ ਨੇ ਉੱਥੋਂ ਕੌਣ ਹੋਏਗਾ, ਤਾਂ ਤਕਰੀਬਨ ਸਾਫ਼ ਹੈ ਕਿ ਇਹ ਉਮੀਦਵਾਰ ਹੋਣਗੇ। ਮਜੀਠਾ ਦੇ ਵਿੱਚ ਸਿੱਧੂ ਵਰਸਸ ਮਜੀਠੀਆ ਨਹੀਂ ਹੋਏਗਾ। ਉਸ ਤੋਂ ਬਾਅਦ ਤ੍ਰਿਪਤ ਬਾਜਵਾ, ਜੋ ਮੈਂ ਪਹਿਲਾਂ ਜ਼ਿਕਰ ਕੀਤਾ ਸੀ, ਆਪਣੀ ਸੀਟ ਬਦਲਣਾ ਚਾਹੁੰਦੇ ਸਨ। ਚਰਚਾਵਾਂ ਸੀ ਕਿ ਬਟਾਲਾ ਜਾਣਾ ਚਾਹੁੰਦੇ ਨੇ, ਪਰ ਫਤਿਹਗੜ੍ਹ ਚੂੜੀਆਂ ਤੋਂ ਇੱਕ ਵਾਰ ਫਿਰ ਤੋਂ ਉਹਨਾਂ ਨੂੰ ਟਿਕਟ ਮਿਲੀ ਹੈ। ਉਸ ਤੋਂ ਬਾਅਦ ਅਬੋਹਰ ਤੋਂ ਸੰਦੀਪ ਜਾਖੜ, ਇਹ ਜਾਖੜ ਪਰਿਵਾਰ ਤੋਂ ਹੀ ਆਉਂਦੇ ਨੇ ਤੇ ਇਹ ਵੀ ਜ਼ਿਕਰ ਹੋ ਰਿਹਾ ਸੀ ਕਿ ਸੁਨੀਲ ਜਾਖੜ ਚਾਹ ਰਹੇ ਸੀ ਕਿ ਸੰਦੀਪ ਜਾਖੜ ਨੂੰ ਟਿਕਟ ਦਿੱਤੀ ਜਾਵੇ। ਸੁਨੀਲ ਜਾਖੜ ਬਹੁਤ ਵੱਡਾ ਨਾਮ ਹੈ ਪੰਜਾਬ ਦੀ ਸਿਆਸਤ 'ਚ, ਤਾਂ ਇੱਕ ਵਾਰ ਫਿਰ ਤੋਂ ਜਾਖੜ ਪਰਿਵਾਰ ਨੂੰ ਹੀ ਟਿਕਟ ਮਿਲੀ ਹੈ। ਅਬੋਹਰ ਵਿਧਾਨ ਸਭਾ ਹਲਕੇ ਤੋਂ ਸੰਦੀਪ ਜਾਖੜ ਉੱਥੋਂ ਚੋਣ ਮੈਦਾਨ 'ਚ ਉਤਰਨਗੇ। ਖਾਸ ਇਹ ਵੀ ਹੈ ਕਿ 2017 ਦੇ ਵਿੱਚ ਸੁਨੀਲ ਜਾਖੜ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਔਰ ਕਿਸ ਤੋਂ, ਬੀਜੇਪੀ ਦੇ ਆਗੂ ਅਰੁਣ ਨਾਰੰਗ ਤੋਂ। ਅਬੋਹਰ ਤੋਂ ਹੀ ਜਿੱਤੇ ਸੀ। ਬੀਜੇਪੀ ਨੂੰ ਸਿਰਫ 3 ਸੀਟਾਂ ਆਈਆਂ ਸੀ ਪੰਜਾਬ ਦੇ ਵਿੱਚ, ਉਹਨਾਂ ਦੇ ਵਿੱਚੋਂ ਇੱਕ ਅਬੋਹਰ ਤੋਂ ਸੀ ਜੋ ਸੁਨੀਲ ਜਾਖੜ ਨੂੰ ਹਰਾ ਕੇ ਉਹਨਾਂ ਨੂੰ ਹਾਸਲ ਹੋਈ ਸੀ। ਉਸ ਤੋਂ ਬਾਅਦ ਪਾਇਲ ਵਿਧਾਨ ਸਭਾ ਹਲਕਾ ਰਿਜ਼ਰਵ ਹਲਕਾ ਹੈ ਤੇ ਇੱਥੇ ਲਖਬੀਰ ਲੱਖਾ ਇੱਕ ਵਾਰ ਫਿਰ ਤੋਂ ਮੌਜੂਦਾ ਵਿਧਾਇਕ ਨੇ ਇੱਕ ਵਾਰ ਫਿਰ ਤੋਂ ਟਿਕਟ ਮਿਲ ਚੁੱਕੀ ਹੈ। ਉਸ ਤੋਂ ਬਾਅਦ ਦਾਖਾ ਵਿਧਾਨ ਸਭਾ ਹਲਕਾ, ਇੱਥੇ ਸੰਦੀਪ ਸੰਧੂ, ਜੋ ਮੈਂ ਜ਼ਿਕਰ ਕੀਤਾ ਸੀ ਕਿ ਬਾਈ ਇਲੈਕਸ਼ਨ ਹੋਇਆ ਸੀ ਜਦੋਂ ਜ਼ਿਮਨੀ ਚੋਣਾਂ ਦਾਖਾ ਵਿਧਾਨ ਸਭਾ ਹਲਕੇ ਦੇ ਵਿੱਚ, ਉੱਥੇ ਸੰਦੀਪ ਸੰਧੂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਹ ਵੀ ਤੁਹਾਨੂੰ ਦੱਸ ਦਈਏ ਕਿ ਦਾਖਾ 2017 ਦੇ ਵਿੱਚ HS ਫੂਲਕਾ ਨੇ ਇਹ ਸੀਟ ਜਿੱਤੀ ਸੀ, ਉਹਨਾਂ ਨੇ ਛੱਡੀ। ਉਸ ਤੋਂ ਬਾਅਦ ਬਾਈ ਇਲੈਕਸ਼ਨ ਹੋਇਆ, ਬਾਈ ਇਲੈਕਸ਼ਨ ਦੇ ਵਿੱਚ ਅਕਾਲੀ ਦਲ ਦੇ ਹਿੱਸੇ ਇਹ ਸੀਟ ਚਲੀ ਗਈ, ਜਿਸ ਦੇ ਵਿੱਚ ਮਨਪ੍ਰੀਤ ਯਾਲੀ ਨੂੰ ਇਹ ਸੀਟ ਹਾਸਲ ਹੋਈ ਸੀ, ਯਾਨੀ ਕਿ ਉਹਨਾਂ ਨੇ ਜਿੱਤ ਹਾਸਲ ਕੀਤੀ ਸੀ। ਉਸ ਤੋਂ ਬਾਅਦ ਬਸੀ ਪਠਾਣਾ, ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ, ਇਹ ਸੀਟ ਵੀ ਬਹੁਤ ਅਹਿਮ ਹੈ। ਗੁਰਪ੍ਰੀਤ ਸਿੰਘ GP ਮੌਜੂਦਾ ਵਿਧਾਇਕ ਨੇ, ਇੱਕ ਵਾਰ ਫਿਰ ਤੋਂ ਕਾਂਗਰਸ ਦੇ ਵੱਲੋਂ ਗੁਰਪ੍ਰੀਤ GP ਨੂੰ ਇੱਥੇ ਟਿਕਟ ਦਿੱਤੀ ਗਈ ਹੈ। ਅਕਾਲੀ ਦਲ ਦਾ ਇੱਥੇ ਉਮੀਦਵਾਰ ਨਹੀਂ ਹੋਏਗਾ ਕਿਉਂਕਿ ਇਹ ਸੀਟ BSP ਦੇ ਖਾਤੇ ਦੀ ਹੈ। ਗੁਰਪ੍ਰੀਤ GP ਵਾਲੀ ਸੀਟ ਇਸ ਕਰਕੇ ਵੀ ਖਾਸ ਹੈ ਕਿਉਂਕਿ ਇਸ ਵਿਧਾਨ ਸਭਾ ਹਲਕੇ ਦੇ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਡਾਕਟਰ ਮਨੋਹਰ ਸਿੰਘ ਬਹੁਤ ਐਕਟਿਵ ਸੀ। ਲਗਾਤਾਰ ਵੱਖ-ਵੱਖ ਸਟੇਜਾਂ ਤੋਂ ਕਹਿੰਦੇ ਨਜ਼ਰ ਆਏ ਕਿ ਮੈਂ ਪਾਰਟੀ ਦੇ ਨਾਲ ਬਹੁਤ ਪੁਰਾਣਾ ਜੁੜਿਆ ਹੋਇਆ ਤੇ ਮੈਂ ਇਸ ਸੀਟ ਦਾ ਦਾਅਵੇਦਾਰ ਹਾਂ ਤੇ ਮੈਨੂੰ ਟਿਕਟ ਪਾਰਟੀ ਜ਼ਰੂਰ ਦੇਗੀ। ਫਿਲਹਾਲ ਗੁਰਪ੍ਰੀਤ GP ਦੀ ਟਿਕਟ ਦੇ ਉੱਤੇ ਮੋਹਰ ਲੱਗ ਚੁੱਕੀ ਹੈ। ਗੁਰਪ੍ਰੀਤ GP ਬਸੀ ਪਠਾਣਾ ਤੋਂ ਉਮੀਦਵਾਰ ਹੋਣਗੇ। ਉਸ ਤੋਂ ਬਾਅਦ ਰਾਮਪੁਰਾ ਫੂਲ, ਗੁਰਪ੍ਰੀਤ ਕਾਂਗੜ, ਜਿਨ੍ਹਾਂ ਦੀ ਕੈਬਨਿਟ ਦੀ ਕੁਰਸੀ ਚਲੀ ਗਈ ਸੀ, ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ਕਰੀਬੀ ਕਹੇ ਜਾਂਦੇ ਨੇ। ਗੁਰਪ੍ਰੀਤ ਕਾਂਗੜ ਬਿਜਲੀ ਮੰਤਰੀ ਰਹੇ, ਰੈਵਨਿਊ ਮਿਨਿਸਟਰ ਰਹੇ, ਮਿਨਿਸਟਰ ਵਾਲੀ ਕੁਰਸੀ ਤਾਂ ਚਲੀ ਗਈ ਕਾਂਗੜ ਦੀ, ਪਰ ਜੋ ਮੈਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਇਸ ਵਾਰ ਕਾਂਗਰਸ ਨੇ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਕੈਪਟਨ ਦੇ ਕਰੀਬੀ ਨੇ ਉਹਨਾਂ ਨੂੰ ਵੀ ਜਾਣ ਨਾ ਦਿੱਤਾ ਜਾਵੇ, ਸੰਭਾਲਿਆ ਜਾਵੇ। ਕੈਪਟਨ ਦੇ ਕਰੀਬੀ ਕਿਹੜੇ-ਕਿਹੜੇ, ਜਿਨ੍ਹਾਂ ਦੀਆਂ ਟਿਕਟਾਂ ਕੱਟੀਆਂ ਸੀ ਉਹਨਾਂ ਦੇ ਵਿੱਚੋਂ ਕੌਣ-ਕੌਣ? ਗੁਰਪ੍ਰੀਤ ਕਾਂਗੜ, ਜਿਨ੍ਹਾਂ ਦੀ ਕੈਬਨਿਟ ਵਾਲੀ ਟਿਕਟ ਕੱਟੀ ਗਈ ਸੀ, ਗੁਰਪ੍ਰੀਤ ਕਾਂਗੜ। ਉਸ ਤੋਂ ਬਾਅਦ ਸਾਧੂ ਸਿੰਘ ਧਰਮਸੋਤ, ਉਸ ਤੋਂ ਬਾਅਦ ਬਲਬੀਰ ਸਿੰਘ ਸਿੱਧੂ, ਇਹਨਾਂ ਤਿੰਨਾਂ ਦੀ ਤਾਂ ਟਿਕਟ ਅਨਾਉਂਸ ਕਰ ਦਿੱਤੀ ਗਈ ਹੈ। ਕੈਪਟਨ ਦੇ ਬਹੁਤ ਕਰੀਬੀ ਸੀ ਪਰ ਕਾਂਗਰਸ ਨੇ ਟਿਕਟ ਇਹਨਾਂ ਨੂੰ ਦੇ ਦਿੱਤੀ। ਕਿਤੇ ਨਾ ਕਿਤੇ ਸ਼ਾਇਦ ਕਿਤੇ ਦੂਰ ਜਾਣ ਦਾ ਵੀ ਡਰ ਕਿਤੇ ਨਾ ਕਿਤੇ ਸ਼ਾਇਦ ਹੋਏਗਾ। ਉਸ ਤੋਂ ਬਾਅਦ ਮੋਹਾਲੀ, ਜੋ ਮੈਂ ਜ਼ਿਕਰ ਕਰ ਰਿਹਾ ਸੀ, ਬਲਬੀਰ ਸਿੱਧੂ ਸਾਬਕਾ ਸਿਹਤ ਮੰਤਰੀ ਨੇ, ਮੋਹਾਲੀ ਤੋਂ ਇੱਕ ਵਾਰ ਫਿਰ ਤੋਂ ਚੋਣ ਮੈਦਾਨ ਦੇ ਵਿੱਚ ਉਤਰਨਗੇ। ਟਿਕਟ ਇਹਨਾਂ ਦੀ ਵੀ ਅਨਾਉਂਸ ਹੋ ਚੁੱਕੀ ਹੈ। ਉਸ ਤੋਂ ਬਾਅਦ ਇਹ ਮੈਂ ਕਾਂਗਰਸ ਦੀਆਂ ਟਿਕਟਾਂ ਦੱਸ ਰਿਹਾ, 86 ਉਮੀਦਵਾਰਾਂ ਦੀ ਅਨਾਉਂਸਮੈਂਟ ਕਰ ਦਿੱਤੀ ਗਈ ਹੈ। ਉਸ ਤੋਂ ਬਾਅਦ ਲੁਧਿਆਣਾ ਵਿਧਾਨ ਸਭਾ ਹਲਕਾ, ਭਾਰਤ ਭੂਸ਼ਣ ਆਸ਼ੂ ਇਸ ਹਲਕੇ ਤੋਂ ਇੱਕ ਵਾਰ ਫਿਰ ਤੋਂ ਨਜ਼ਰ ਆਉਣਗੇ। ਲੁਧਿਆਣਾ ਵੈਸਟ ਹੈ ਜਿੱਥੋਂ ਭਾਰਤ ਭੂਸ਼ਣ ਆਸ਼ੂ ਚੋਣ ਮੈਦਾਨ ਦੇ ਵਿੱਚ ਉਤਰਦੇ ਨੇ। ਕੈਬਨਿਟ ਮੰਤਰੀ ਨੇ ਮੌਜੂਦਾ ਸਮੇਂ ਦੇ ਵਿੱਚ ਚਰਚਾਵਾਂ ਵੀ ਪਿੱਛੇ ਜੇ ਆਈਆਂ ਸੀ ਜਦੋਂ ਭਾਰਤ ਭੂਸ਼ਣ ਆਸ਼ੂ ਦੇ ਕੁਝ ਵੱਡੇ ਹੋਰਡਿੰਗਸ ਲੱਗੇ, ਉਹਨਾਂ ਦੇ ਵਿੱਚੋਂ ਹੱਥ ਪੰਜੇ ਵਾਲਾ ਜਿਹੜਾ ਨਿਸ਼ਾਨ ਹੈ ਉਹ ਗਾਇਬ ਸੀ, ਤਾਂ ਉਸ ਸਮੇਂ ਬਹੁਤ ਚਰਚਾਵਾਂ ਸ਼ੁਰੂ ਹੋਣ ਲੱਗੀਆਂ ਕਿ ਭਾਰਤ ਭੂਸ਼ਣ ਆਸ਼ੂ ਦਾ ਅਗਲਾ ਸਟੈਪ ਕੀ ਹੋਏਗਾ। ਖੈਰ ਫਿਲਹਾਲ ਸਾਫ਼ ਹੈ ਭਾਰਤ ਭੂਸ਼ਣ ਆਸ਼ੂ ਲੁਧਿਆਣਾ ਵੈਸਟ ਤੋਂ ਇੱਕ ਵਾਰ ਫਿਰ ਤੋਂ ਚੋਣ ਮੈਦਾਨ ਦੇ ਵਿੱਚ ਉਤਰਨਗੇ। ਉਹਨਾਂ ਦੀ ਵੀ ਅਨਾਉਂਸਮੈਂਟ ਟਿਕਟ ਦੀ ਕਰ ਦਿੱਤੀ ਗਈ ਹੈ। ਅਗਲੇ ਨਾਮ ਆ ਰਹੇ ਨੇ ਮੋਹਾਲੀ ਤੇ ਲੁਧਿਆਣਾ ਦਾ, ਮੈਂ ਦੱਸਿਆ ਤੁਹਾਨੂੰ ਬਲਬੀਰ ਸਿੱਧੂ ਅਤੇ ਭਾਰਤ ਭੂਸ਼ਣ ਆਸ਼ੂ ਦਾ। ਉਸ ਤੋਂ ਬਾਅਦ ਅਗਲੇ ਜਿਹੜੇ ਨਾਮ ਨੇ ਉਹ ਹੈਗੇ ਨੇ ਰਾਜਾ ਸਾਂਸੀ ਤੇ ਜੰਡਿਆਲਾ ਗੁਰੂ। ਰਾਜਾ ਸਾਂਸੀ ਤੋਂ ਸੁਖਬਿੰਦਰ ਸਿੰਘ ਸਰਕਾਰੀਆ, ਮੌਜੂਦਾ ਸਮੇਂ ਦੇ ਵਿੱਚ ਮੰਤਰੀ ਨੇ, ਕੈਪਟਨ ਦੇ ਖਿਲਾਫ ਮੋਰਚਾ ਖੋਲਣ ਵਾਲੇ ਮੰਤਰੀਆਂ ਦੇ ਵਿੱਚ ਪਹਿਲੀ ਕਤਾਰ ਦੇ ਆਗੂ ਨੇ ਸੁਖ ਸਰਕਾਰੀਆ। ਉਹਨਾਂ ਨੂੰ ਇੱਕ ਵਾਰ ਫਿਰ ਤੋਂ ਰਾਜਾ ਸਾਂਸੀ ਤੋਂ ਹੀ ਉਮੀਦਵਾਰ ਬਣਾਇਆ ਗਿਆ ਹੈ। ਉਸ ਤੋਂ ਬਾਅਦ ਨਾਮ ਆਉਂਦਾ ਹੈ ਜੰਡਿਆਲਾ ਗੁਰੂ ਤੋਂ ਸੁਖਬਿੰਦਰ ਡੈਣੀ ਦਾ। ਸੁਖਬਿੰਦਰ ਡੈਣੀ ਮੌਜੂਦਾ ਸਮੇਂ 'ਚ ਵਿਧਾਇਕ ਨੇ ਪੰਜਾਬ ਦੇ ਵਿੱਚ। ਜਦੋਂ ਕਾਂਗਰਸ ਦੇ ਵੱਲੋਂ 4 ਕਾਰਜਕਾਰੀ ਪ੍ਰਧਾਨ ਲਗਾਏ ਗਏ ਤਾਂ ਉਹਨਾਂ ਦੇ ਵਿੱਚ ਇੱਕ ਨਾਮ ਸੁਖਬਿੰਦਰ ਡੈਣੀ ਦਾ ਵੀ ਸੀ।
ਔਰ ਜੰਡਿਆਲਾ ਰਿਜ਼ਰਵ ਸੀਟ ਤੋਂ ਆਉਂਦੇ ਨੇ। ਸੁਖਵਿੰਦਰ ਟੈਣੀ ਨੂੰ ਮਾਝੇ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਜਿਹੜੇ 4 ਕਾਰਜਕਾਰੀ ਪ੍ਰਧਾਨ ਲਗਾਏ ਗਏ ਸੀ ਉਹਨਾਂ ਦੇ ਵਿੱਚ ਇੱਕ ਸੁਖਵਿੰਦਰ ਟੈਣੀ ਵੀ ਸੀ, ਕੁਲਜੀਤ ਨਾਗਰਾ ਵੀ ਸੀ। ਕੁਲਜੀਤ ਨਾਗਰਾ ਦੀ ਵੀ ਟਿਕਟ ਕਨਫਰਮ ਹੋ ਚੁੱਕੀ ਹੈ। ਉਹਨਾਂ ਨੂੰ ਵੀ ਤੁਹਾਨੂੰ ਦੱਸ ਦਈਏ ਕਿ ਟਿਕਟ ਅਨਾਉਂਸ ਕਰ ਦਿੱਤੀ ਗਈ। ਕੁਲਜੀਤ ਨਾਗਰਾ ਫਤਿਹਗੜ੍ਹ ਸਾਹਿਬ ਤੋਂ ਚੋਣ ਲੜਨਗੇ। ਉਸ ਤੋਂ ਬਾਅਦ ਅੰਮ੍ਰਿਤਸਰ ਪੱਛਮੀ ਰਾਜਕੁਮਾਰ ਵੇਰਕਾ ਕੈਬਨਿਟ ਮੰਤਰੀ ਨੇ ਪੰਜਾਬ ਦੇ, ਇੱਕ ਵਾਰ ਫਿਰ ਤੋਂ ਅੰਮ੍ਰਿਤਸਰ ਵੈਸਟ ਤੋਂ ਹੀ ਪਹਿਲਾਂ ਵੀ ਮੈਦਾਨ 'ਚ ਉਤਰੇ ਸੀ। ਉਸ ਤੋਂ ਬਾਅਦ ਅੰਮ੍ਰਿਤਸਰ ਕੇਂਦਰੀ ਓਪੀ ਸੋਨੀ ਸੈਂਟਰਲ ਤੋਂ ਪਹਿਲਾਂ ਵੀ ਮੈਦਾਨ 'ਚ ਉਤਰੇ ਸੀ। ਦੋਵੇਂ ਕੈਬਨਿਟ ਮੰਤਰੀ ਨੇ। ਓਪੀ ਸੋਨੀ ਤਾਂ ਇਸ ਸਮੇਂ ਸੂਬੇ ਦੇ ਉਪ ਮੁੱਖ ਮੰਤਰੀ ਨੇ, ਸਿਹਤ ਮੰਤਰਾਲਾ ਵੀ ਇਹਨਾਂ ਦੇ ਕੋਲ ਹੀ ਹੈ। ਤਾਂ ਇਹ ਦੋ ਵੱਡੇ ਨਾਮ ਨੇ ਕਾਂਗਰਸ ਦੇ ਜਿਹੜੇ ਇੱਕ ਵਾਰ ਫਿਰ ਤੋਂ ਚੋਣ ਮੈਦਾਨ ਦੇ ਵਿੱਚ ਨਜ਼ਰ ਆਉਣਗੇ। ਪਹਿਲੀ ਲਿਸਟ ਦੇ ਵਿੱਚ ਬਹੁਤ ਸਾਰੇ ਵਿਧਾਇਕਾਂ ਦਾ, ਜ਼ਿਆਦਾਤਰ ਵਿਧਾਇਕਾਂ ਦਾ ਨਾਮ ਹੈ ਜਿਨ੍ਹਾਂ ਦੀ ਟਿਕਟ ਕੱਟੀ ਗਈ ਹੈ। ਅਸੀਂ ਉਹਨਾਂ ਦਾ ਵੀ ਜ਼ਿਕਰ ਕਰਾਂਗੇ। ਤਾਂ ਇੱਕ ਹੋਰ ਕੈਬਨਿਟ ਮੰਤਰੀ ਆ ਗਏ ਕਪੂਰਥਲਾ ਤੋਂ, ਰਾਣਾ ਗੁਰਜੀਤ। ਰਾਣਾ ਗੁਰਜੀਤ ਦੇ ਵੱਲੋਂ ਵੀ ਕੁਝ ਜਿਹੜੇ ਕਿੰਤੂ ਪਰੰਤੂ ਕੀਤੇ ਗਏ ਸੀ ਪਿਛਲੇ ਕੁਝ ਸਮੇਂ ਦੇ ਵਿੱਚ। ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਵੀ ਕੁਝ ਸਟੇਟਮੈਂਟਸ ਉਹਨਾਂ ਦੀਆਂ ਆਈਆਂ। ਕਹਿ ਰਹੇ ਸਭ ਦੇ ਵਿਚਾਲੇ ਰਾਣਾ ਗੁਰਜੀਤ ਦੀ ਟਿਕਟ ਤਾਂ ਪੱਕੀ ਹੋ ਚੁੱਕੀ ਹੈ, ਯਾਨੀ ਕਿ ਉਹ ਚੋਣ ਤਾਂ ਲੜਦੇ ਹੋਏ ਨਜ਼ਰ ਆਉਣਗੇ ਕਪੂਰਥਲਾ ਤੋਂ। ਸੁਲਤਾਨਪੁਰ ਲੋਧੀ ਅਗਲੀ ਟਿਕਟ ਦੇਖੋ। ਇਸ ਤੋਂ ਬਾਅਦ ਵੀ ਹੋਰ ਤੁਹਾਡੇ ਹਲਕੇ ਦਾ ਮੈਂ ਜ਼ਿਕਰ ਕਰਾਂਗਾ। ਇਸ ਤੋਂ ਬਾਅਦ ਸੁਲਤਾਨਪੁਰ ਲੋਧੀ, ਨਵਤੇਜ ਚੀਮਾ, ਇਹ ਦੋਵੇਂ ਆਪਸ ਦੇ ਵਿੱਚ ਬਹੁਤ ਜਿਹੜੇ ਨਾਮ ਨੇ ਖੇਪੜਦੇ ਹੋਏ ਨਜ਼ਰ ਆਏ ਨੇ। ਬੇਸ਼ੱਕ ਖੁੱਲ ਕੇ ਨਹੀਂ, ਪਰ ਨਵਤੇਜ ਚੀਮਾ ਦੀ ਪਿੱਠ ਥਾਪੜੀ ਸੀ ਨਵਜੋਤ ਸਿੰਘ ਸਿੱਧੂ ਨੇ ਉੱਥੇ ਪਹੁੰਚ ਕੇ ਕਿ ਨਵਤੇਜ ਚੀਮਾ ਹੋਏਗਾ ਉਮੀਦਵਾਰ। ਨਵਤੇਜ ਚੀਮਾ ਉਮੀਦਵਾਰ ਨੇ ਸੁਲਤਾਨਪੁਰ ਲੋਧੀ ਤੋਂ। ਜਿੱਥੇ ਜਿੱਥੇ ਜਾ ਕੇ ਟਿਕਟਾਂ ਦੀ ਅਨਾਉਂਸਮੈਂਟ ਕੀਤੀ ਉਹਨਾਂ ਦੇ ਵਿੱਚੋਂ ਨਵਤੇਜ ਚੀਮਾ ਦਾ ਵੀ ਨਾਮ ਹੈ। ਜਦੋਂ ਨਵਜੋਤ ਸਿੰਘ ਸਿੱਧੂ ਜਾ ਕੇ ਰੈਲੀਆਂ ਦੇ ਵਿੱਚ ਜ਼ਿਕਰ ਕਰ ਰਹੇ ਸੀ, ਬਸੀ ਪਠਾਣਾ ਵਾਲਾ ਵੀ ਇੱਕ ਸੀ। ਵਾਰ-ਵਾਰ ਜ਼ਿਕਰ ਕਰ ਰਹੇ ਹਾਂ ਕਿਉਂਕਿ ਉੱਥੇ ਜਾ ਕੇ ਵੀ ਜ਼ਿਕਰ ਕੀਤਾ ਸੀ ਕਿ ਜਾਂ ਤਾਂ ਜੀਪੀ ਨਹੀਂ, ਜਾਂ ਤਾਂ ਜੀਪੀ ਵੀ ਰਹੇਗਾ ਤਾਂ ਹੀ ਸਿੱਧੂ ਰਹੇਗਾ, ਜੇ ਜੀਪੀ ਨਾ ਰਿਹਾ ਤਾਂ ਸਿੱਧੂ ਵੀ ਨਹੀਂ ਰਹੇਗਾ। ਇੱਥੋਂ ਤੱਕ ਦੀ ਸਟੇਟਮੈਂਟ ਆ ਗਈ ਸੀ। ਖੈਰ ਉਹਨਾਂ ਦੀ ਟਿਕਟ ਪੱਕੀ ਹੋ ਗਈ ਹੈ। ਇੱਕ ਹੋਰ ਨਾਮ ਹੁਸ਼ਿਆਰਪੁਰ ਤੋਂ ਸੁੰਦਰ ਸ਼ਾਮ ਅਰੋੜਾ। 5 ਜਿਹੜੇ ਮੰਤਰੀਆਂ ਦੀ ਟਿਕਟ ਕੱਟੀ ਗਈ ਸੀ, ਇੱਕ ਮੰਤਰੀ ਛੱਡ ਗਏ ਕਾਂਗਰਸ ਨੂੰ, ਬਾਕੀ 4 ਦੀ ਟਿਕਟ ਅਨਾਉਂਸ, ਕਿਸੇ ਦੀ ਟਿਕਟ ਨਹੀਂ ਕੱਟੀ ਗਈ। ਜਿਹੜੇ ਕੈਪਟਨ ਦੇ ਕਰੀਬੀ ਸੀ ਜਦੋਂ ਚੰਨੀ ਮੁੱਖ ਮੰਤਰੀ ਬਣੇ ਤਾਂ ਉਸ ਸਮੇਂ 4 ਦੀ ਟਿਕਟ ਅਨਾਉਂਸ ਕਰ ਦਿੱਤੀ ਗਈ ਹੈ। ਜਿਹੜੇ 5 ਛੱਡ ਕੇ ਗਏ ਸੀ ਉਹਨਾਂ ਦੇ ਵਿੱਚੋਂ ਰਾਣਾ ਸੋਢੀ ਗੁਰਹਟ ਸਾਹਿਬ ਤੋਂ ਵਿਧਾਇਕ ਸੀ, ਮੰਤਰੀ ਬਣੇ ਸੀ। ਰਾਣਾ ਸੋਢੀ ਨੇ ਤਾਂ ਕਾਂਗਰਸ ਛੱਡ ਦਿੱਤੀ। ਬਾਕੀ ਦੇ ਜਿਹੜੇ 4 ਮੰਤਰੀ ਸੀ ਉਹਨਾਂ ਦੀ, ਜਿਹੜਿਆਂ ਦੀ ਸਾਬਕਾ ਮੰਤਰੀ ਹੋ ਗਏ, ਉਹਨਾਂ ਦੀ ਟਿਕਟ ਕਨਫਰਮ ਕਰ ਦਿੱਤੀ ਗਈ ਹੈ। ਜਲੰਧਰ ਕੈਂਟ ਤੋਂ ਪ੍ਰਗਟ ਸਿੰਘ ਇੱਕ ਵਾਰ ਫਿਰ ਤੋਂ ਚੋਣ ਮੈਦਾਨ ਦੇ ਵਿੱਚ ਉਤਰਨਗੇ। ਚਰਚਾਵਾਂ ਸੀ ਕਿ ਪ੍ਰਗਟ ਸਿੰਘ ਆਪਣਾ ਹਲਕਾ ਬਦਲ ਸਕਦੇ ਨੇ, ਪਰ ਨਹੀਂ ਬਦਲਿਆ। ਹੁਸ਼ਿਆਰਪੁਰ ਤੋਂ ਸੁੰਦਰ ਸ਼ਾਮ ਅਰੋੜਾ, ਇਹ ਵੀ ਮੰਤਰੀ ਸੀ, ਇੰਡਸਟਰੀ ਮੰਤਰੀ, ਸਨਅਤ ਮੰਤਰੀ ਸੀ ਇਹ। ਤਾਂ ਇਹਨਾਂ ਨੂੰ ਇੱਕ ਵਾਰ ਫਿਰ ਤੋਂ ਟਿਕਟ ਦਿੱਤੀ ਗਈ ਹੈ। ਜੋ ਮੈਂ ਜ਼ਿਕਰ ਕਰ ਰਿਹਾ ਕਿ 4 ਮੰਤਰੀ ਨੇ, ਉਹਨਾਂ ਦੀ ਟਿਕਟ ਅਨਾਉਂਸ ਕਰ ਦਿੱਤੀ ਗਈ। ਉਹਨਾਂ ਦੇ ਵਿੱਚ ਸਾਧੂ ਸਿੰਘ ਧਰਮਸੋਤ, ਸੁੰਦਰ ਸ਼ਾਮ ਅਰੋੜਾ, ਬਲਬੀਰ ਸਿੱਧੂ ਤੇ ਗੁਰਪ੍ਰੀਤ ਕਾਂਗੜ। ਰਾਣਾ ਸੋਢੀ ਕਾਂਗਰਸ ਛੱਡ ਚੁੱਕੇ ਨੇ। ਉਸ ਤੋਂ ਬਾਅਦ ਜਿਹੜੇ ਮੌਜੂਦਾ ਵਿਧਾਇਕ ਨੇ, ਇੱਕ ਵਾਰ ਫਿਰ ਤੋਂ ਟਿਕਟ ਦਿੱਤੀ ਗਈ ਹੈ। ਫਤਿਹਗੜ੍ਹ ਸਾਹਿਬ ਤੋਂ ਕੁਲਜੀਤ ਨਾਗਰਾ, ਇੱਕ ਵਾਰ ਫਿਰ ਤੋਂ ਇਹ ਕਾਰਜਕਾਰੀ ਪ੍ਰਧਾਨ ਵੀ ਨੇ ਪੰਜਾਬ ਕਾਂਗਰਸ ਦੇ। ਕੁਲਜੀਤ ਨਾਗਰਾ ਗਾਂਧੀ ਪਰਿਵਾਰ ਦੇ ਬਹੁਤ ਕਰੀਬੀ ਕਹੇ ਜਾਂਦੇ ਨੇ। ਇੱਕ ਵਾਰ ਫਿਰ ਤੋਂ ਇਹਨਾਂ ਨੂੰ ਟਿਕਟ ਦਿੱਤੀ ਗਈ ਹੈ। ਦੂਜੇ ਨੰਬਰ ਤੇ ਹੈ ਬਾਘਾ ਪੁਰਾਣਾ ਤੋਂ ਦਰਸ਼ਨ ਬਰਾੜ। ਦਰਸ਼ਨ ਬਰਾੜ ਬਹੁਤ ਖੁੱਲ੍ਹ ਕੇ ਬੋਲਦੇ ਸੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ। ਸਿੱਧੂ ਖੇਮੇ ਦੇ ਕਹੇ ਜਾਂਦੇ ਨੇ ਜਾਂ ਚੰਨੀ ਖੇਮੇ ਦੇ ਕਹਿ ਲਓ, ਕਿਉਂਕਿ ਜਦੋਂ ਤੋਂ ਸੱਤਾ ਪਰਿਵਰਤਨ ਹੋਇਆ ਉਸ ਤੋਂ ਬਾਅਦ ਫਿਰ ਵੱਖ-ਵੱਖ ਖੇਮੇ ਜ਼ਰੂਰ ਨਜ਼ਰ ਆ ਰਹੇ ਨੇ। ਪਰ ਉਸ ਤੋਂ ਪਹਿਲਾਂ ਇੱਕ ਕੈਪਟਨ ਖੇਮਾ ਸੀ, ਇੱਕ ਸਿੱਧੂ ਖੇਮਾ ਸੀ। ਤਾਂ ਦਰਸ਼ਨ ਬਰਾੜ ਸਿੱਧੂ ਖੇਮੇ ਦੇ ਕਹੇ ਜਾਂਦੇ ਨੇ। ਬੱਲੂਆਣਾ ਤੋਂ ਰਜਿੰਦਰ ਕੌਰ ਨੂੰ ਟਿਕਟ ਦਿੱਤੀ ਗਈ ਹੈ। ਬੱਲੂਆਣਾ ਤੋਂ ਵਿਧਾਇਕ ਦੀ ਟਿਕਟ ਕੱਟੀ ਗਈ ਹੈ। ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ, ਇੱਥੋਂ ਨੱਥੂ ਰਾਮ ਵਿਧਾਇਕ ਸਨ ਬੱਲੂਆਣਾ ਤੋਂ। ਇਸ ਵਾਰ ਰਜਿੰਦਰ ਕੌਰ ਨੂੰ ਟਿਕਟ ਦਿੱਤੀ ਗਈ ਹੈ, ਟਿਕਟ ਕੱਟੀ ਗਈ ਹੈ ਮੌਜੂਦਾ ਵਿਧਾਇਕ ਦੀ। ਫਰੀਦਕੋਟ ਤੋਂ ਕੁਸ਼ਲਦੀਪ ਢਿੱਲੋਂ ਇੱਕ ਵਾਰ ਫਿਰ ਤੋਂ ਚੋਣ ਮੈਦਾਨ ਦੇ ਵਿੱਚ ਹੋਣਗੇ। ਫਰੀਦਕੋਟ ਦੇ ਮੌਜੂਦਾ ਵਿਧਾਇਕ ਨੇ। ਇੱਕ ਵਾਰ ਫਿਰ ਤੋਂ ਕੁਸ਼ਲਦੀਪ ਢਿੱਲੋਂ ਨੂੰ ਟਿਕਟ ਫਰੀਦਕੋਟ ਤੋਂ ਦਿੱਤੀ ਗਈ ਹੈ। ਮੈਂ ਅਗਲੀ ਸਲਾਈਡ ਦੇ ਉੱਤੇ ਆਵਾਂਗਾ। ਅਗਲਾ ਹੋਰ ਕਿਹੜੇ ਨਾਮ ਨੇ, ਖਾਸ ਇਹ ਹੈ ਕਿ ਕੁਝ ਵਿਧਾਇਕਾਂ ਦੀ ਟਿਕਟ ਕੱਟੀ ਗਈ ਹੈ। ਮੋਗਾ ਵਾਲੇ ਵਿਧਾਇਕ ਦੀ ਟਿਕਟ ਗਈ, ਸ਼੍ਰੀ ਹਰਗੋਬਿੰਦਪੁਰਾ ਵਾਲੇ ਵਿਧਾਇਕ ਦੀ ਟਿਕਟ ਗਈ। ਉਸ ਤੋਂ ਬਾਅਦ ਬੱਲੂਆਣਾ ਵਾਲੇ ਵਿਧਾਇਕ ਦੀ ਟਿਕਟ ਗਈ। ਉਸ ਤੋਂ ਬਾਅਦ ਬਠਿੰਡਾ ਦਿਹਾਤੀ ਹਰਵਿੰਦਰ ਲਾਡੀ ਚੋਣ ਮੈਦਾਨ ਛੋਣਗੇ, ਜੋ ਕਾਂਗਰਸ ਦੇ ਉਮੀਦਵਾਰ ਹੋਣਗੇ। ਹਰਵਿੰਦਰ ਲਾਡੀ ਨੂੰ ਇੱਥੇ ਟਿਕਟ ਦਿੱਤੀ ਗਈ ਹੈ। ਮਲੇਰਕੋਟਲਾ ਤੋਂ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਇੱਕ ਵਾਰ ਫਿਰ ਤੋਂ ਚੋਣ ਮੈਦਾਨ ਦੇ ਵਿੱਚ ਹੋਣਗੇ। ਨਵਜੋਤ ਸਿੰਘ ਸਿੱਧੂ ਦੇ ਖੇਮੇ ਦੇ ਕਹੇ ਜਾਂਦੇ ਨੇ ਰਜ਼ੀਆ ਸੁਲਤਾਨਾ। ਜਦੋਂ ਸਿੱਧੂ ਨੇ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਸੀ, ਕੁਝ ਘੰਟੇ ਬਾਅਦ ਰਜ਼ੀਆ ਸੁਲਤਾਨਾ ਨੇ ਵੀ ਅਸਤੀਫਾ ਦੇ ਦਿੱਤਾ ਸੀ। ਇਹਨਾਂ ਦੀ ਟਿਕਟ ਕਨਫਰਮ ਨਜ਼ਰ ਆ ਰਹੀ ਸੀ। ਮਲੇਰਕੋਟਲਾ ਤੋਂ ਇੱਕ ਵਾਰ ਫਿਰ ਤੋਂ ਚੋਣ ਮੈਦਾਨ ਦੇ ਵਿੱਚ ਉਤਰਨਗੇ। ਪੰਜਾਬ ਦਾ ਇੱਕੋ ਇੱਕ ਵਿਧਾਨ ਸਭਾ ਹਲਕਾ ਹੈ ਜਿੱਥੇ ਵੱਡੀ ਗਿਣਤੀ ਦੇ ਵਿੱਚ ਮੁਸਲਿਮ ਭਾਈਚਾਰਾ ਰਹਿੰਦਾ ਹੈ ਤੇ ਉਹ ਮਲੇਰਕੋਟਲਾ ਤੇ ਉੱਥੋਂ ਰਜ਼ੀਆ ਸੁਲਤਾਨਾ ਇੱਕ ਵਾਰ ਫਿਰ ਤੋਂ ਚੋਣ ਮੈਦਾਨ ਦੇ ਵਿੱਚ ਹੋਣਗੇ। ਸੰਗਰੂਰ ਤੋਂ ਕੈਬਨਿਟ ਮੰਤਰੀ ਵਿਜੇਂਦਰ ਸਿੰਗਲਾ ਇੱਕ ਵਾਰ ਫਿਰ ਤੋਂ ਚੋਣ ਮੈਦਾਨ ਦੇ ਵਿੱਚ ਹੋਣਗੇ। ਵਿਜੇਂਦਰ ਸਿੰਗਲਾ ਨੂੰ ਸੰਗਰੂਰ ਤੋਂ ਇੱਕ ਵਾਰ ਫਿਰ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ। ਉਧਰ ਪਟਿਆਲਾ ਦਿਹਾਤੀ ਵਿਧਾਨ ਸਭਾ ਹਲਕਾ ਜੋ ਮੈਂ ਜ਼ਿਕਰ ਕਰ ਰਿਹਾ ਸੀ ਕਿ ਪਟਿਆਲਾ ਰੂਰਲ ਤੋਂ ਬ੍ਰਹਮ ਮਹਿੰਦਰਾ ਵਿਧਾਇਕ ਸੀ, ਪਰ ਇਸ ਵਾਰ ਬ੍ਰਹਮ ਮਹਿੰਦਰਾ ਦੇ ਬੇਟੇ ਮੋਹਿਤ ਮਹਿੰਦਰਾ ਚੋਣ ਮੈਦਾਨ ਦੇ ਵਿੱਚ ਹੋਣਗੇ, ਯਾਨੀ ਕਿ ਮੌਜੂਦਾ ਵਿਧਾਇਕ ਨਹੀਂ ਹੋਣਗੇ। ਬੇਸ਼ੱਕ ਤੁਸੀਂ ਇਸ ਨੂੰ ਇਹ ਨਹੀਂ ਕਹਿ ਸਕਦੇ ਕਿ ਟਿਕਟ ਕੱਟੀ ਗਈ, ਪਰ ਜੋ ਮੌਜੂਦਾ ਵਿਧਾਇਕ ਹੈ ਉਹ ਨਜ਼ਰ ਨਹੀਂ ਆਉਣਗੇ। ਬਹੁਤ ਸੀਨੀਅਰ ਪੋਲੀਟੀਸ਼ੀਅਨ ਨੇ ਔਰ ਕਿਉਂਕਿ ਇੱਕ ਪਰਿਵਾਰ ਦੇ ਵਿੱਚ ਇੱਕ ਟਿਕਟ ਦਾ ਫਾਰਮੂਲਾ ਇਸ ਵਾਰ ਵੀ ਲੱਗ ਰਿਹਾ ਕਿ ਕਾਂਗਰਸ ਲਾਗੂ ਕਰ ਰਹੀ ਹੈ, ਤਾਂ ਇਸ ਕਰਕੇ ਮੋਹਿਤ ਜਿਹੜੇ ਮਹਿੰਦਰਾ ਨੇ ਇਹਨਾਂ ਨੂੰ ਹੀ ਟਿਕਟ ਦਿੱਤੀ ਜਾਏਗੀ। ਤਾਂ ਬ੍ਰਹਮ ਮਹਿੰਦਰਾ ਇਸ ਵਾਰ ਸ਼ਾਇਦ ਚੋਣ ਲੜਦੇ ਨਜ਼ਰ ਨਹੀਂ ਆਉਣਗੇ। ਤਕਰੀਬਨ ਇਹ ਸਾਫ਼ ਹੋ ਚੁੱਕਿਆ ਹੈ। ਪਟਿਆਲਾ ਦਿਹਾਤੀ, ਮੈਂ ਅਗਲੀ ਸਲਾਈਡ ਦੇ ਉੱਤੇ ਆਵਾਂਗਾ। ਤਾਂ ਪਟਿਆਲਾ ਦਿਹਾਤੀ ਤੋਂ ਮੋਹਿਤ ਮਹਿੰਦਰਾ ਇਸ ਵਾਰ
ਚੋਣ ਮੈਦਾਨ ਦੇ ਵਿੱਚ ਉਤਰਦੇ ਹੋਏ ਨਜ਼ਰ ਆਉਣਗੇ। 86 ਟੋਟਲ ਉਮੀਦਵਾਰਾਂ ਦਾ ਅਨਾਉਂਸਮੈਂਟ ਕੀਤਾ ਗਿਆ ਹੈ। ਉਸ ਤੋਂ ਬਾਅਦ ਘਨੌਰ ਵਿਧਾਨ ਸਭਾ ਹਲਕਾ, ਮਦਨ ਲਾਲ ਜਲਾਲਪੁਰ, ਧੂਰੀ ਤੋਂ ਦਲਬੀਰ ਗੋਲਡੀ, ਘਨੌਰ ਤੋਂ ਮਦਨ ਲਾਲ ਜਲਾਲਪੁਰ ਮੌਜੂਦਾ ਸਮੇਂ 'ਚ ਵਿਧਾਇਕ ਨੇ ਚੰਦੂ ਮਾਜਰਾ ਫੈਮਿਲੀ ਦੇ ਖਿਲਾਫ ਇੱਕ ਵਾਰ ਫਿਰ ਤੋਂ ਇਹ ਤਾਲ ਠੋਕਦੇ ਨਜ਼ਰ ਆਉਣਗੇ। ਧੂਰੀ ਤੋਂ ਦਲਬੀਰ ਗੋਲਡੀ ਮੌਜੂਦਾ ਸਮੇਂ 'ਚ ਵਿਧਾਇਕ ਨੇ ਇੱਕ ਵਾਰ ਫਿਰ ਤੋਂ ਚੋਣ ਮੈਦਾਨ ਦੇ ਵਿੱਚ ਨਜ਼ਰ ਆਉਣਗੇ। ਇਹ ਸੀਟ ਬਹੁਤ ਖਾਸ ਹੈ, ਧੂਰੀ ਵਾਲੀ ਸੀਟ ਬਹੁਤ ਖਾਸ ਹੈ। ਮੈਂ ਮਜੀਠਾ ਦਾ ਜ਼ਿਕਰ ਕਰ ਰਿਹਾ ਸੀ ਕਿ ਜਰਨੈਲ ਵਰਸਸ ਜਰਨੈਲ ਜੋ ਹੋ ਸਕਦਾ ਇਸ ਵਾਰ ਸ਼ਾਇਦ ਨਾ ਹੋਵੇ, ਔਰ ਧੂਰੀ ਦੇ ਵਿੱਚ ਵੀ ਲੱਗ ਰਿਹਾ ਸੀ ਕਿ ਸ਼ਾਇਦ ਧੂਰੀ ਵਾਲੀ ਸੀਟ ਦੇ ਉੱਤੇ ਕਾਂਗਰਸ ਕੋਈ ਆਪਣਾ ਵੱਡਾ ਚਿਹਰਾ ਉਤਾਰ ਦੇਵੇ, ਕਿਉਂਕਿ ਧੂਰੀ ਔਰ ਲਹਿਰਾ ਇਹ ਦੋ ਅਜਿਹੀਆਂ ਵਿਧਾਨ ਸਭਾ ਹਲਕੇ ਨੇ, ਕਨਸਟੀਟੂਐਂਸੀਜ਼ ਨੇ ਜਿੱਥੋਂ ਭਗਵੰਤ ਮਾਨ ਚੋਣ ਮੈਦਾਨ ਦੇ ਵਿੱਚ ਉਤਰ ਸਕਦੇ ਨੇ। ਜੇ ਧੂਰੀ ਤੋਂ ਉਤਰਦੇ ਨੇ ਤਾਂ ਦਲਬੀਰ ਗੋਲਡੀ ਨਾਲ ਮੁਕਾਬਲਾ ਹੋਏਗਾ ਕਾਂਗਰਸ ਦਾ, ਕਾਂਗਰਸ ਦੇ ਵੱਲੋਂ ਭਗਵੰਤ ਮਾਨ ਦਾ। ਜੇ ਭਗਵੰਤ ਮਾਨ ਲਹਿਰਾ ਤੋਂ ਉਤਰਦੇ ਨੇ ਤਾਂ ਫਿਰ ਰਜਿੰਦਰ ਕੌਰ ਭੱਠਲ ਦੇ ਨਾਲ ਉਹਨਾਂ ਦਾ ਚੋਣ ਮੁਕਾਬਲਾ ਹੋਵੇਗਾ। ਤਾਂ ਇਹ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਵੱਖ-ਵੱਖ ਥਾਵਾਂ ਦੀਆਂ ਤਾਂ ਜਿਹੜੀਆਂ ਹੌਟ ਸੀਟਸ ਨੇ, ਇੱਕ ਕਰਕੇ ਹੁਣ ਉਸ ਦਾ ਵੀ ਜ਼ਿਕਰ। ਚਰਨਜੀਤ ਸਿੰਘ ਚੰਨੀ ਚਮਕੌਰ ਸਾਹਿਬ ਤੋਂ ਦੂਜੀ ਸੀਟ ਤੇ ਲੜਨਗੇ, ਨਹੀਂ ਲੜਨਗੇ ਨਹੀਂ ਪਤਾ, ਕਿਉਂਕਿ ਜੋ ਲਿਸਟ ਮੈਂ ਹੁਣ ਤੱਕ ਪੜ੍ਹ ਸਕਿਆ ਉਸ ਦੇ ਵਿੱਚ ਪਟਿਆਲਾ ਅਰਬਨ ਦਾ ਜ਼ਿਕਰ ਨਹੀਂ ਹੈ। ਤਾਂ ਕੀ ਚਰਨਜੀਤ ਸਿੰਘ ਚੰਨੀ ਕੈਪਟਨ ਅਮਰਿੰਦਰ ਸਿੰਘ ਵਾਲੀ ਸੀਟ ਦੇ ਉੱਤੇ ਨਜ਼ਰ ਆਉਣਗੇ ਕਿ ਅਰਬਨ ਸੀਟ ਦੇ ਉੱਤੇ ਵੀ ਜਾ ਕੇ ਪਟਿਆਲਾ ਤੋਂ ਚੋਣ ਲੜਨਗੇ? ਫਿਲਹਾਲ ਚਮਕੌਰ ਸਾਹਿਬ ਤੋਂ ਚੋਣ ਲੜਨਗੇ। ਚਮਕੌਰ ਸਾਹਿਬ ਉਹਨਾਂ ਦਾ ਆਪਣਾ ਵਿਧਾਨ ਸਭਾ ਹਲਕਾ, ਉੱਥੋਂ ਲਗਾਤਾਰ ਜਿੱਤ ਹਾਸਲ ਕਰਦੇ ਨਜ਼ਰ ਆਏ ਨੇ। ਮੌਜੂਦਾ ਸਮੇਂ ਦੇ ਵਿੱਚ ਮੁੱਖ ਮੰਤਰੀ ਨੇ ਪੰਜਾਬ ਦੇ ਤੇ ਇੱਕ ਵਾਰ ਫਿਰ ਤੋਂ ਚਮਕੌਰ ਸਾਹਿਬ ਤੋਂ ਚੋਣ ਲੜਨਗੇ। ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਪੂਰਬੀ ਤੋਂ ਚੋਣ ਮੈਦਾਨ ਦੇ ਵਿੱਚ ਉਤਰਨਗੇ। ਜੋ ਅਸੀਂ ਜ਼ਿਕਰ ਕਰ ਰਹੇ ਹਾਂ ਕਿ ਅੰਮ੍ਰਿਤਸਰ ਪੂਰਬੀ, ਅੰਮ੍ਰਿਤਸਰ ਈਸਟ, ਇੱਥੇ ਹੁਣ ਬਿਕਰਮ ਮਜੀਠੀਆ ਆ ਕੇ ਜੇਕਰ ਅਕਾਲੀ ਦਲ ਦੇ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਰਦੇ ਨੇ ਤਾਂ ਫਿਰ ਤਾਂ ਬਹੁਤ ਦਿਲਚਸਪ ਜੰਗ ਨਜ਼ਰ ਆ ਸਕਦੀ ਹੈ। ਪਰ ਨਵਜੋਤ ਸਿੱਧੂ ਨੇ ਮਜੀਠਾ ਵਿਧਾਨ ਸਭਾ ਹਲਕੇ ਦਾ ਰੁਖ ਕਰਨ ਦਾ ਫੈਸਲਾ ਨਹੀਂ ਲਿਆ, ਕਿਉਂਕਿ ਉੱਥੋਂ ਜੱਗਾ ਮਜੀਠੀਆ ਨੂੰ ਕਾਂਗਰਸ ਦੇ ਵੱਲੋਂ ਟਿਕਟ ਦੇ ਦਿੱਤੀ ਗਈ ਹੈ। ਤਾਂ ਦੂਜੀ ਵਾਰ ਅੰਮ੍ਰਿਤਸਰ ਪੂਰਬੀ ਤੋਂ ਚੋਣ ਲੜਨਗੇ। ਅੰਮ੍ਰਿਤਸਰ ਪੂਰਬੀ ਤੋਂ ਨਵਜੋਤ ਸਿੰਘ ਸਿੱਧੂ ਇਸ ਤੋਂ ਪਹਿਲਾਂ MP ਰਹੇ ਨੇ ਅੰਮ੍ਰਿਤਸਰ ਤੋਂ, ਔਰ ਬੀਜੇਪੀ ਦੀ ਟਿਕਟ ਤੇ ਉੱਤੇ ਸੀ 2017 ਦੀ ਇਲੈਕਸ਼ਨ ਤੋਂ ਪਹਿਲਾਂ ਹੀ ਉਹਨਾਂ ਨੇ ਕਾਂਗਰਸ ਜੁਆਇਨ ਕੀਤੀ ਸੀ। ਇਹ ਵੀ ਵੱਡਾ ਚਿਹਰਾ ਹੁਣ ਪੰਜਾਬ ਦੇ ਵਿੱਚ ਤਾਂ ਵੱਡਾ ਚਿਹਰਾ ਆਲਰੇਡੀ ਹੈ, ਸਿਆਸਤ ਦੇ ਵਿੱਚ ਵੱਡਾ ਚਿਹਰਾ ਕਦੋਂ ਬਣਦਾ ਹੈ ਇਹ ਵੀ ਦੇਖਣਾ ਹੋਏਗਾ। ਮਾਨਸਾ ਤੋਂ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਟਿਕਟ ਦੇ ਦਿੱਤੀ ਗਈ ਹੈ ਕਾਂਗਰਸ ਦੇ ਵੱਲੋਂ, ਉਹਨਾਂ ਦੇ ਨਾਮ ਦੀ ਅਨਾਉਂਸਮੈਂਟ ਕਰ ਦਿੱਤੀ ਗਈ ਹੈ। ਮਾਨਸਾ ਤੋਂ ਮਸ਼ਹੂਰ ਪੰਜਾਬੀ ਗਾਇਕ ਨੇ ਕੁਝ ਸਮੇਂ ਪਹਿਲਾਂ ਹੀ ਕਾਂਗਰਸ ਦੇ ਵਿੱਚ ਐਂਟਰੀ ਮਾਰੀ ਹੈ। ਮਾਨਸਾ ਦੇ ਵਿੱਚ ਵਿਰੋਧ ਦਾ ਸਾਹਮਣਾ ਕਾਂਗਰਸੀਆਂ ਦੇ ਵੱਲੋਂ ਹੀ ਕਰਨਾ ਪਿਆ ਹੈ, ਪਰ ਬਾਵਜੂਦ ਇਸ ਦੇ ਹਾਈ ਕਮਾਨ ਨੇ ਸਿੱਧੂ ਮੂਸੇਵਾਲਾ ਨੂੰ ਟਿਕਟ ਦਿੱਤੀ ਹੈ। ਸਿੱਧੂ ਮੂਸੇਵਾਲਾ ਨੇ ਇੱਥੋਂ ਤੱਕ ਵੀ ਸਟੇਟਮੈਂਟ ਦੇ ਦਿੱਤੀ ਸੀ ਕਿ ਜੇਕਰ ਮੈਨੂੰ ਟਿਕਟ ਨਾ ਮਿਲੀ ਤਾਂ ਮੈਂ ਆਜ਼ਾਦ ਉਮੀਦਵਾਰ ਦੇ ਤੌਰ ਦੇ ਉੱਤੇ ਚੋਣ ਮੈਦਾਨ ਦੇ ਵਿੱਚ ਉਤਰਾਂਗਾ। ਖੈਰ ਮਾਨਸਾ ਤੋਂ ਟਿਕਟ ਮਿਲ ਚੁੱਕੀ ਹੈ। ਕਾਦੀਆਂ ਵਿਧਾਨ ਸਭਾ ਹਲਕਾ, ਕਾਦੀਆਂ ਤੋਂ ਪ੍ਰਤਾਪ ਸਿੰਘ ਬਾਜਵਾ ਚੋਣ ਮੈਦਾਨ ਦੇ ਵਿੱਚ ਉਤਰਨਗੇ। ਪ੍ਰਤਾਪ ਸਿੰਘ ਬਾਜਵਾ ਨੇ ਪਹਿਲਾਂ ਹੀ ਅਨਾਉਂਸਮੈਂਟ ਕਰ ਦਿੱਤੀ ਸੀ ਕਿ ਉਹ ਚੋਣ ਮੈਦਾਨ ਦੇ ਵਿੱਚ ਉਤਰਨਾ ਚਾਹੁੰਦੇ ਨੇ ਤੇ ਉਹਨਾਂ ਦੇ ਵੱਲੋਂ ਰਾਜ ਸਭਾ ਤੋਂ ਹੁਣ ਪੰਜਾਬ ਦੀ ਸਿਆਸਤ ਦਾ ਰੁਖ ਕੀਤਾ ਜਾਏਗਾ। ਤਾਂ ਉਹਨਾਂ ਨੇ ਕਾਦੀਆਂ ਵਿਧਾਨ ਸਭਾ ਹਲਕੇ ਦਾ ਜ਼ਿਕਰ ਕੀਤਾ। ਕਾਦੀਆਂ ਵਿਧਾਨ ਸਭਾ ਹਲਕੇ ਦੇ ਵਿੱਚ ਜੇ ਫਤਿਹ ਜੰਗ ਬਾਜਵਾ ਉੱਥੇ ਹੁੰਦੇ ਤਾਂ ਇਹ ਸੀਟ ਦੇ ਉੱਤੇ ਵੀ ਕਾਂਗਰਸ ਦੇ ਲਈ ਇੱਕ ਦੁਚਿੱਤੀ ਵਾਲੀ ਸਥਿਤੀ ਦਾ ਜ਼ਰੂਰ ਬਣ ਜਾਂਦੀ। ਫਤਿਹ ਜੰਗ ਬਾਜਵਾ ਜੋ ਹੁਣ ਬੀਜੇਪੀ ਦੇ ਵਿੱਚ ਚਲੇ ਗਏ ਨੇ, ਉਹ ਵੀ ਇਸ ਸੀਟ ਤੋਂ ਹੀ ਵਿਧਾਇਕ ਸੀ, ਤਾਂ ਇਸ ਵਾਰ ਭਰਾ ਵਰਸਸ ਭਰਾ ਇਸ ਸੀਟ ਦੇ ਉੱਤੇ ਤਾਂ ਨਜ਼ਰ ਆਏਗਾ। ਕਾਦੀਆਂ ਵਿਧਾਨ ਸਭਾ ਹਲਕੇ ਦੇ ਵਿੱਚ ਤਾਂ ਨਜ਼ਰ ਆਏਗਾ ਜੋ ਇਸ ਸਮੇਂ ਲੱਗ ਰਿਹਾ ਹੈ। ਤਾਂ ਇਹ ਹੌਟ ਸੀਟ ਹੈ ਜੋ ਪੰਜਾਬ ਦੀਆਂ, ਉਸ ਦਾ ਅਸੀਂ ਜ਼ਿਕਰ ਕਰ ਰਹੇ ਹਾਂ। ਮਾਲਵਿਕਾ ਸੂਦ ਵਿਧਾਇਕ ਦੀ ਟਿਕਟ ਕੱਟ ਕੇ ਟਿਕਟ ਲਈ ਹੈ। ਮਾਲਵਿਕਾ ਸੂਦ ਨੇ ਵਿਧਾਇਕ ਹਰਜੋਤ ਕਮਲ ਦੀ ਟਿਕਟ ਕੱਟੀ ਗਈ। ਹਰਜੋਤ ਕਮਲ 2017 ਦੇ ਵਿੱਚ ਕਾਂਗਰਸ ਦੀ ਟਿਕਟ ਦੇ ਉੱਤੇ ਜਿੱਤ ਕੇ ਵਿਧਾਨ ਸਭਾ ਪਹੁੰਚੇ ਸੀ, ਤਾਂ ਉਹਨਾਂ ਦੀ ਨਾਰਾਜ਼ਗੀ ਨਾਲ ਦੀ ਨਾਲ ਨਜ਼ਰ ਆਈ ਜਦੋਂ ਮਾਲਵਿਕਾ ਸੂਦ ਦੀ ਐਂਟਰੀ ਹੁੰਦੀ ਹੈ ਕਾਂਗਰਸ ਦੇ ਵਿੱਚ। ਇਹ ਪਹਿਲਾਂ ਹੀ ਸਾਫ਼ ਹੋ ਰਿਹਾ ਸੀ ਕਿ ਜਾਂ ਤਾਂ ਆਮ ਆਦਮੀ ਪਾਰਟੀ 'ਚ ਵੀ ਜਾ ਸਕਦੇ ਨੇ ਜਾਂ ਕਾਂਗਰਸ 'ਚ ਜਾ ਸਕਦੇ ਨੇ। ਖੈਰ ਕਾਂਗਰਸ ਦੇ ਵਿੱਚ ਗਏ, ਕਾਂਗਰਸ ਦੇ ਵਿੱਚ ਜਾ ਕੇ ਵੈਲਕਮ ਕੀਤਾ ਗਿਆ ਸੀਐਮ ਦੇ ਵੱਲੋਂ, ਨਵਜੋਤ ਸਿੰਘ ਸਿੱਧੂ ਦੇ ਵੱਲੋਂ। ਤਾਂ ਉਸ ਸਮੇਂ ਹੀ ਸਾਫ਼ ਹੋ ਰਿਹਾ ਸੀ ਕਿ ਮਾਲਵਿਕਾ ਸੂਦ ਨੂੰ ਹੀ ਮੋਗਾ ਤੋਂ ਚੋਣ ਉਤਾਰੀ ਜਾਵੇਗੀ, ਕਿਉਂਕਿ ਉਸ ਸਮੇਂ ਸੀਐਮ ਚੰਨੀ ਨੂੰ ਵੀ ਸਵਾਲ ਕੀਤਾ ਗਿਆ ਤਾਂ ਕਿ ਮਾਲਵਿਕਾ ਸੂਦ ਮੋਗਾ ਤੋਂ ਉਮੀਦਵਾਰ ਹੋਣਗੇ, ਤਾਂ ਉਹਨਾਂ ਨੇ ਜ਼ਿਕਰ ਕੀਤਾ ਕਿ ਬਿਲਕੁਲ ਹੁਣ ਇਸ ਤੋਂ ਬਾਅਦ ਮੈਂ ਜ਼ਿਆਦਾ ਕੀ ਕਹਾਂ, ਇਸ ਦਾ ਇੰਤਜ਼ਾਰ ਕਰੋ। ਤਾਂ ਸੁਖਪਾਲ ਸਿੰਘ ਖਹਿਰਾ ਇਸ ਸਮੇਂ ਈਡੀ ਦੇ ਚੱਕਰਾਂ ਦੇ ਵਿੱਚ ਜ਼ਰੂਰ ਉਲਝੇ ਹੋਏ ਨੇ। ਈਡੀ ਦੇ ਵੱਲੋਂ ਉਹਨਾਂ ਨੂੰ ਅਰੈਸਟ ਵੀ ਕਰ ਲਿਆ ਗਿਆ ਸੀ, ਪਰ ਹੁਣ ਭੁਲੱਥ ਤੋਂ ਟਿਕਟ ਜ਼ਰੂਰ ਕਾਂਗਰਸ ਦੇ ਵੱਲੋਂ ਦਿੱਤੀ ਗਈ ਹੈ। 2017 ਦੇ ਵਿੱਚ ਕਾਂਗਰਸ ਦੀ ਟਿਕਟ ਤੋਂ ਚੋਣ ਲੜੀ, ਜਿੱਤੇ। 2012 ਦੇ ਵਿੱਚ ਹਾਰ ਗਏ। 2017 ਦੇ ਵਿੱਚ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਚੋਣ ਲੜੇ, ਜਿੱਤੇ। ਤੇ ਉਸ ਤੋਂ ਬਾਅਦ ਲੀਡਰ ਆਫ ਆਪੋਜੀਸ਼ਨ ਰਹੇ, ਉਹਨਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ, ਉਹਨਾਂ ਨੇ ਆਮ ਆਦਮੀ ਪਾਰਟੀ ਛੱਡ ਦਿੱਤੀ ਤੇ ਉਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਉਹਨਾਂ ਨੇ ਕਾਂਗਰਸ ਜੁਆਇਨ ਕਰ ਲਈ ਸੀ। ਕਾਂਗਰਸ ਖੈਰ ਇਹ ਵੀ ਬਹੁਤ ਇੰਟਰਸਟਿੰਗ ਹੈ ਕਿ ਕਾਂਗਰਸ ਜਿਹੜੀ ਜਿੱਤ ਹਾਸਲ ਜਿਹੜੀ ਉਹਨਾਂ ਨੇ ਐਂਟਰੀ ਕੀਤੀ ਸੀ ਉਹ ਕੈਪਟਨ ਅਮਰਿੰਦਰ ਸਿੰਘ ਦੇ ਥਰੂ ਕੀਤੀ ਸੀ। ਜਦੋਂ ਪੂਰਾ ਇੱਕ ਤਖਤਾ ਪਲਟ ਦੀ ਜਿਹੜੀ ਕਵਾਇਦ ਜਾਰੀ ਸੀ ਉਸ ਸਮੇਂ ਐਂਟਰੀ ਹੋਈ ਸੀ ਸੁਖਪਾਲ ਖਹਿਰਾ ਦੀ। ਅਗਲੀ ਸੀਟ ਹੈ ਫਤਿਹਗੜ੍ਹ ਸਾਹਿਬ। ਫਤਿਹਗੜ੍ਹ ਸਾਹਿਬ ਤੋਂ ਕੁਲਜੀਤ ਨਾਗਰਾ ਇੱਕ ਵਾਰ ਫਿਰ ਤੋਂ ਚੋਣ ਮੈਦਾਨ ਦੇ ਵਿੱਚ ਹੋਣਗੇ। ਕੁਲਜੀਤ ਨਾਗਰਾ ਇੱਕ ਵੱਡਾ ਚਿਹਰਾ ਪੰਜਾਬ ਦੇ ਵਿੱਚ ਸਿਆਸਤ ਦੇ ਵਿੱਚ ਬਣਿਆ, ਖਾਸ ਤੌਰ ਤੇ ਇਸ ਮਾਲਵੇ ਦੀ ਬੈਲਟ ਦੇ ਵਿੱਚ, ਔਰ ਜਿਹੜਾ ਮਾਲਵੇ ਦਾ ਪੁਆਧ ਦਾ ਹਿੱਸਾ ਕਿਹਾ ਜਾਂਦਾ ਉੱਥੇ। ਤਾਂ ਫਤਿਹਗੜ੍ਹ ਸਾਹਿਬ ਦੇ ਵਿੱਚ ਇੱਕ ਵਾਰ ਫਿਰ ਤੋਂ ਚੋਣ ਮੈਦਾਨ ਦੇ ਵਿੱਚ ਨਜ਼ਰ ਆਉਣਗੇ। ਫਤਿਹਗੜ੍ਹ ਸਾਹਿਬ ਦੀ ਸੀਟ ਤੋਂ ਹੀ ਕੁਲਜੀਤ ਨਾਗਰਾ
ਔਰ ਫਤਿਹਗੜ੍ਹ ਸਾਹਿਬ ਹਲਕੇ ਦਾ ਮੈਂ ਜ਼ਿਕਰ ਕਰਾਂ ਤਾਂ ਕਾਂਗਰਸ 2017 ਦੇ ਵਿੱਚ ਚੰਗਾ ਖਾਸਾ ਦਬਦਬਾ ਉੱਥੇ ਬਣਾਉਣ ਦੇ ਵਿੱਚ ਕਾਮਯਾਬ ਰਹੀ ਸੀ, ਜਦੋਂ ਉੱਥੇ ਹਾਸਲ ਕੀਤੀਆਂ ਸੀ ਬਸੀ ਪਠਾਣਾ ਦੀ ਸੀਟ ਵੀ, ਫਤਿਹਗੜ੍ਹ ਸਾਹਿਬ ਦੀ ਵੀ, ਅਮਲੋਹ ਦੀ ਵੀ, ਤਾਂ ਉਹ ਸਾਰੀਆਂ ਸੀਟਾਂ ਕਾਂਗਰਸ ਦੇ ਹਿੱਸੇ ਆਈਆਂ ਸੀ। ਤਾਂ ਫਤਿਹਗੜ੍ਹ ਸਾਹਿਬ ਤੋਂ ਇੱਕ ਵਾਰ ਫਿਰ ਤੋਂ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਕੁਲਜੀਤ ਨਾਗਰਾ। 2012 ਤੇ 2017 ਦੇ ਵਿੱਚ ਫਤਿਹਗੜ੍ਹ ਸਾਹਿਬ ਤੋਂ ਹੀ ਉਹਨਾਂ ਨੇ ਚੋਣ ਜਿੱਤੀ ਸੀ। ਸੁਖਜਿੰਦਰ ਰੰਧਾਵਾ ਦਾ ਜ਼ਿਕਰ ਕਰ ਲੈਂਦੇ ਹਾਂ, ਡੇਰਾ ਬਾਬਾ ਨਾਨਕ ਤੋਂ ਚੋਣ ਮੈਦਾਨ ਦੇ ਵਿੱਚ ਨੇ। ਇੱਕ ਵਾਰ ਫਿਰ ਤੋਂ ਟਿਕਟ ਦੇ ਦਿੱਤੀ ਗਈ ਹੈ ਡੇਰਾ ਬਾਬਾ ਨਾਨਕ ਤੋਂ ਸੁਖਜਿੰਦਰ ਸਿੰਘ ਰੰਧਾਵਾ ਨੂੰ। ਜਿਹੜੀਆਂ ਕਨਫਰਮ ਟਿਕਟਾਂ ਸੀ ਉਸ ਦੇ ਵਿੱਚ ਇਹ ਨਾਮ ਵੀ ਸ਼ਾਮਲ ਸੀ। ਸੂਬੇ ਦੇ ਮੌਜੂਦਾ ਸਮੇਂ ਦੇ ਵਿੱਚ ਉਪ ਮੁੱਖ ਮੰਤਰੀ ਨੇ, ਸੂਬੇ ਦੇ ਗ੍ਰਹਿ ਮੰਤਰੀ ਨੇ ਔਰ ਸੀਐਮ ਦੇ ਇੱਕ ਵੱਡੇ ਦਾਅਵੇਦਾਰ 2021 ਦੇ ਵਿੱਚ ਜਦੋਂ ਪੂਰਾ ਕੈਪਟਨ ਤੋਂ ਤਬਦੀਲੀ ਹੋ ਕੇ ਪੂਰਾ ਜਿਹੜਾ ਸੀਐਮ ਵਾਲੀ ਕੁਰਸੀ ਆ ਉਹ ਬਦਲੀ ਜਾ ਰਹੀ ਸੀ, ਤਾਂ ਉਸ ਸਮੇਂ ਇਸ ਨਾਮ ਦੀ ਬਹੁਤ ਚਰਚਾ ਹੋਈ ਸੀ ਕਿ ਸੁਖਜਿੰਦਰ ਸਿੰਘ ਰੰਧਾਵਾ ਨੂੰ ਜਲਦੀ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ। ਖੈਰ ਉਪ ਮੁੱਖ ਮੰਤਰੀ ਤਾਂ ਜ਼ਰੂਰ ਬਣੇ, ਗ੍ਰਹਿ ਮੰਤਰੀ ਦਾ ਅਹੁਦਾ ਵੀ ਉਹਨਾਂ ਨੂੰ ਦਿੱਤਾ ਗਿਆ। ਹੁਣ ਇਸ ਤੋਂ ਬਾਅਦ ਮੈਂ ਅੱਗੇ ਵਧਾਂ, ਅਗਲੀ ਜਿਹੜੀ ਸੀਟ ਆ ਉਸ ਦਾ ਵੀ ਜ਼ਿਕਰ ਕਰਾਂਗਾ। ਕੋਸ਼ਿਸ਼ ਕਰ ਰਹੇ ਹਾਂ ਕਿ ਸਾਰੇ ਉਮੀਦਵਾਰਾਂ ਦੇ ਨਾਮ ਤੁਹਾਡੇ ਤੱਕ ਪਹੁੰਚਾ ਸਕੀਏ, ਤੁਹਾਡੇ ਹਲਕੇ ਦਾ ਨਾਮ ਵੀ ਤੁਹਾਡੇ ਤੱਕ ਪਹੁੰਚਾ ਸਕੀਏ ਕਿ ਤੁਹਾਡੇ ਹਲਕੇ ਤੋਂ ਕੌਣ ਜਿਹੜਾ ਉਤਰੇਗਾ ਮੈਦਾਨ ਦੇ ਵਿੱਚ, ਉਹਨਾਂ ਦਾ ਨਾਮ ਵੀ ਅਸੀਂ ਲੈ ਸਕੀਏ। ਮੈਂ ਇੱਕ ਵਾਰ ਫਿਰ ਤੋਂ ਰੁਕ ਕਰਦਾ, ਸਾਡੇ ਸਹਿਯੋਗੀ ਪੰਕਜ ਕਪਾਹੀ ਸਾਡੇ ਨਾਲ ਜੁੜ ਰਹੇ ਨੇ, ਹੁਣ ਉਹਨਾਂ ਦਾ ਰੁਕ ਕਰਾਂਗਾ। ਪੰਕਜ, ਬਹੁਤ ਸਾਰੀਆਂ ਸੀਟਾਂ ਦਾ ਮੈਂ ਜ਼ਿਕਰ ਕੀਤਾ ਹੈ, ਪਰ ਜੇਕਰ ਮੈਂ ਖਾਸ ਤੌਰ ਤੇ ਲੁਧਿਆਣਾ ਔਰ ਲੁਧਿਆਣਾ ਦੇ ਆਸ-ਪਾਸ ਦੀਆਂ ਸੀਟਾਂ ਦਾ ਜ਼ਿਕਰ ਕਰਾਂ ਤਾਂ ਕੀ ਕੁਝ ਤੁਹਾਡੇ ਕੋਲ ਜਾਣਕਾਰੀ? ਓਵਰ ਟੂ ਯੂ। ਦੇਖੋ, ਇਸ ਵੇਲੇ ਕਾਂਗਰਸ ਨੇ ਕਿਸੇ ਵੀ ਤਰੀਕੇ ਦਾ ਰਿਸਕ ਨਹੀਂ ਲਿਆ ਕਿ ਅਜਿਹਾ ਰਿਸਕ ਨਹੀਂ ਲਿਆ ਕਿ ਕੋਈ ਨਾਰਾਜ਼ ਹੋ ਜਾਏ ਔਰ ਪਾਰਟੀ ਨੂੰ ਅਲਵਿਦਾ ਕਹਿ ਕੇ ਕੈਪਟਨ ਅਮਰਿੰਦਰ ਸਿੰਘ ਵਾਲੇ ਪਾਸੇ ਚਲੇ ਜਾਏ। ਦਾਖਾ ਦਾ ਜ਼ਿਕਰ ਕਰ ਰਹੇ ਹਾਂ, ਦਾਖਾ ਦੇ ਵਿੱਚ ਇੱਕ ਵਾਰ ਫਿਰ ਮੌਕਾ ਜਿਹੜਾ ਵਾ ਕੈਪਟਨ ਸੰਦੀਪ ਸੰਧੂ ਨੂੰ ਦਿੱਤਾ ਗਿਆ। ਕੈਪਟਨ ਅਮਰਿੰਦਰ ਸਿੰਘ ਦੇ ਸਭ ਤੋਂ ਬੇਹੱਦ ਕਰੀਬੀ ਸੀਗੇ, ਲੇਕਿਨ ਕੈਪਟਨ ਅਮਰਿੰਦਰ ਸਿੰਘ ਨੂੰ ਅਲਵਿਦਾ ਕਹਿ ਚੁੱਕੇ, ਤਾਂ ਪਾਰਟੀ ਨੇ ਇੱਕ ਵਾਰ ਫਿਰ ਦਾਖਾ ਤੋਂ ਭਰੋਸਾ ਜਿਹੜਾ ਉਹਨਾਂ ਦੇ ਜ਼ਾਹਰ ਕੀਤਾ। ਭਾਰਤ ਭੂਸ਼ਣ ਆਸ਼ੂ ਪਿਛਲੇ ਦਿਨਾਂ 'ਚ ਉਹਨਾਂ ਦੇ ਹੋਰਡਿੰਗ ਵੀ ਲੱਗੇ ਕਿ ਉਸ ਦੇ ਵਿੱਚ ਕਾਂਗਰਸ ਦੇ ਲੀਡਰ, ਕਾਂਗਰਸ ਦਾ ਪੰਜਾ ਨਜ਼ਰ ਨਹੀਂ ਆਇਆ। ਬਹੁਤ ਸਾਰੀਆਂ ਚਰਚਾਵਾਂ ਸੀਗੀਆਂ, ਲੇਕਿਨ ਭਾਰਤ ਭੂਸ਼ਣ ਆਸ਼ੂ ਨੂੰ ਲੁਧਿਆਣੇ ਤੋਂ ਇੱਕ ਵਾਰ ਫਿਰ ਮੌਕਾ ਦਿੱਤਾ। ਰਾਕੇਸ਼ ਪਾਂਡੇ ਇੱਕ ਹਿੰਦੂ ਬਹੁਤ ਵੱਡਾ ਚਿਹਰਾ ਵਾ ਲੁਧਿਆਣਾ ਦੇ ਵਿੱਚ, ਜਿੱਥੇ ਜ਼ਿਆਦਾਤਰ ਯੂਪੀ ਬਿਹਾਰ ਦੀ ਵੋਟ ਹੈ, ਤਾਂ ਰਾਕੇਸ਼ ਪਾਂਡੇ ਸਭ ਤੋਂ ਸੀਨੀਅਰ ਨੇ, ਬਹੁਤ ਉਹਨਾਂ ਦਾ ਇੱਕ ਰੁਤਬਾ ਰਿਹਾ। ਰਾਕੇਸ਼ ਪਾਂਡੇ ਨੂੰ ਇੱਕ ਵਾਰ ਫਿਰ ਪਾਰਟੀ ਨੇ ਮੌਕਾ ਜਿਹੜਾ ਵਾ ਉਹ ਦਿੱਤਾ ਹੈ। ਤਾਂ ਦੂਜੇ ਪਾਸੇ ਇਹ ਵੀ ਇੱਕ ਅਹਿਮ ਹੈ ਕਿ ਚਾਹੇ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਸਾਧੂ ਸਿੰਘ ਧਰਮਸੋਧ ਹੋਣ, ਉਹਨਾਂ ਦੇ ਉੱਤੇ ਇਲਜ਼ਾਮ ਲੱਗੇ, ਮੰਤਰੀ ਸੀਗੇ, ਸਕਾਲਰਸ਼ਿਪ ਘੁਟਾਲੇ ਦੇ ਇਲਜ਼ਾਮ ਲੱਗੇ, ਲੇਕਿਨ ਪਾਰਟੀ ਨੇ ਇੱਕ ਵਾਰ ਫਿਰ ਸਾਧੂ ਸਿੰਘ ਧਰਮਸੋਧ ਨੂੰ ਮੌਕਾ ਦੇ ਦਿੱਤਾ, ਉਹਨਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ। ਦੂਸਰਾ ਨਾਮ ਹੈ ਬਲਬੀਰ ਸਿੰਘ ਸਿੱਧੂ, ਮੋਹਾਲੀ ਤੋਂ ਚੰਡੀਗੜ੍ਹ ਦੇ ਬਿਲਕੁਲ ਨਾਲ ਲੱਗਦਾ ਹੈ। ਬਹੁਤ ਉਹਨਾਂ ਤੇ ਵੀ ਇਲਜ਼ਾਮ ਲੱਗੇ, ਅਕਾਲੀ ਦਲ ਨੇ, ਆਮ ਆਦਮੀ ਪਾਰਟੀ ਨੇ ਪ੍ਰੋਟੈਸਟ ਕੀਤੇ, ਹੈਲਥ ਮੰਤਰੀ ਸੀਗੇ, ਉਹਨਾਂ ਨੂੰ ਮੰਤਰਾਲੇ ਤੋਂ ਹਟਾ ਵੀ ਦਿੱਤਾ ਗਿਆ, ਲੇਕਿਨ ਪਾਰਟੀ ਨੇ ਇੱਕ ਵਾਰ ਫਿਰ ਬਲਬੀਰ ਸਿੱਧੂ ਦੇ ਉੱਤੇ ਭਰੋਸਾ ਜਿਹੜਾ ਉਹ ਜ਼ਾਹਰ ਕੀਤਾ। ਲੇਕਿਨ ਦੋ ਤਿੰਨ ਅਹਿਮ ਨਾਮ ਨੇ ਗੌਰਵ, ਇਸ ਲਿਸਟ ਨੂੰ ਦੇਖਿਆ ਜਾਵੇ, ਇਸ ਲਿਸਟ ਦੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਛਾਪ ਵੀ ਦੇਖਣ ਨੂੰ ਮਿਲਦੀ ਹੈ। ਉਹ ਇਸ ਕਰਕੇ ਮੈਂ ਜ਼ਿਕਰ ਕਰ ਰਿਹਾ ਕਿਉਂਕਿ ਆਦਮਪੁਰ ਅਜਿਹੀ ਸੀਟ ਸੀ ਜਿੱਥੇ ਮਹਿੰਦਰ ਸਿੰਘ ਕੇਪੀ ਨੂੰ ਟਿਕਟ ਮਿਲ ਸਕਦੀ ਸੀ। 2017 ਚ ਇਲੈਕਸ਼ਨ ਲੜੇ ਸੀ, ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਨੇ, ਇੰਜ ਲੱਗ ਰਿਹਾ ਸੀ ਕਿ ਜਾਂ ਤਾਂ ਚੰਨੀ ਉੱਥੋਂ ਆਦਮਪੁਰ ਤੋਂ ਲੜਨਗੇ ਜਾਂ ਫਿਰ ਮਹਿੰਦਰ ਸਿੰਘ ਕੇਪੀ ਲੜਨਗੇ, ਤਾਂ ਮਹਿੰਦਰ ਸਿੰਘ ਕੇਪੀ ਦੀ ਟਿਕਟ ਕੱਟੀ ਗਈ ਹੈ। ਮਹਿੰਦਰ ਸਿੰਘ ਕੇਪੀ ਆਦਮਪੁਰ ਤੋਂ ਜਿਹੜਾ ਵੈ ਉਹਨਾਂ ਨੂੰ ਉਮੀਦਵਾਰ ਨਹੀਂ ਬਣਾਇਆ। ਤਾਂ ਕੀ ਮਹਿੰਦਰ ਸਿੰਘ ਕੇਪੀ ਹੁਣ ਕਾਂਗਰਸ ਛੱਡਣਗੇ, ਕਾਂਗਰਸ ਨੂੰ ਅਲਵਿਦਾ ਕਹਿਣਗੇ? ਪਿੱਛੇ ਵੀ ਚਰਚਾਵਾਂ ਸੀਗੀਆਂ ਕਿ ਮਹਿੰਦਰ ਸਿੰਘ ਕੇਪੀ ਕਾਂਗਰਸ ਨੂੰ ਅਲਵਿਦਾ ਕਹਿ ਸਕਦੇ ਨੇ, ਤਾਂ ਟਿਕਟ ਕੱਟੇ ਜਾਣ ਤੋਂ ਬਾਅਦ ਮਹਿੰਦਰ ਸਿੰਘ ਕੇਪੀ ਕੀ ਕਰਨਗੇ? ਦੂਸਰਾ ਸਵਾਲ ਇਹ ਹੈ ਕਿ ਮੋਗੇ 'ਚ ਡਾਕਟਰ ਹਰਜੋਤ ਕਮਲ ਦੀ ਟਿਕਟ ਕੱਟੀ ਗਈ ਹੈ। ਉਹਨਾਂ ਦੀ ਟਿਕਟ ਕੱਟੇ ਜਾਣ ਤੋਂ ਬਾਅਦ ਹਰਜੋਤ ਕਮਲ, ਜੋ ਚਰਚਾਵਾਂ ਨੇ, ਜੋ ਕਹਿੰਦੇ ਨੇ ਮੈਂ ਇਲੈਕਸ਼ਨ ਲੜਨਾ ਹੀ ਲੜਨਾ ਵਾ, ਤਾਂ ਹਰਜੋਤ ਕਮਲ ਹੁਣ ਕਾਂਗਰਸ ਨੂੰ ਅਲਵਿਦਾ ਕਹਿਣਗੇ ਕਿ ਉਹ ਬੀਜੇਪੀ ਚਲੇ ਜਾਣਗੇ? ਇਹ ਵੀ ਆਪਣੇ ਆਪ ਦੇ ਵਿੱਚ ਸਵਾਲ ਹੈ। ਤੀਸਰਾ ਨਾਮ ਹੈ ਬਲਵਿੰਦਰ ਸਿੰਘ ਲਾਡੀ, ਜੋ ਇੱਕ ਹਫ਼ਤਾ ਬੀਜੇਪੀ 'ਚ ਲਗਾ ਕੇ ਵਾਪਸ ਕਾਂਗਰਸ 'ਚ ਆ ਗਏ। ਉਹਨਾਂ ਨੂੰ ਸ਼ਾਇਦ ਭਰੋਸਾ ਦਿੱਤਾ ਗਿਆ ਸੀਗਾ ਕਿ ਟਿਕਟ ਦੁਬਾਰਾ ਮਿਲੇਗੀ, ਲੇਕਿਨ ਬਲਵਿੰਦਰ ਸਿੰਘ ਲਾਡੀ ਦੀ ਟਿਕਟ ਕੱਟੀ ਗਈ ਆ। ਉਹ ਹੁਣ ਕੀ ਕਰਨਗੇ? ਚੁੱਪ-ਚਾਪ ਘਰੇ ਬੈਠਣਗੇ? ਕੀ ਉਹਨਾਂ ਦਾ ਰੁਖ ਰਹੇਗਾ? ਇਹ ਕਾਫੀ ਅਹਿਮ ਜਿਹੜਾ ਵਾ ਉਹ ਰਹਿਣ ਵਾਲਾ ਵਾ। ਦੂਸਰਾ ਨਾਮ ਹੈ ਸੁਨੀਲ ਜਾਖੜ, ਕੈਂਪੇਨ ਕਮੇਟੀ ਦੇ ਚੇਅਰਮੈਨ ਨੇ। ਸੁਨੀਲ ਜਾਖੜ ਇੱਕ ਵੱਡਾ ਰੁਤਬਾ ਰੱਖਦੇ ਨੇ, ਵਿਦੇਸ਼ 'ਚ ਬੈਠੇ ਹੋਏ ਨੇ, ਵਿਦੇਸ਼ ਜਾ ਕੇ ਆ ਕੇ ਕੈਂਪੇਨ ਸੰਭਾਲਣਗੇ ਜਾਂ ਫਿਰ ਸਿਰਫ ਅਬੋਹਰ ਸੀਟ ਤੇ ਆਪਣੇ ਜਿਹੜੇ ਪਰਿਵਾਰਕ ਮੈਂਬਰ ਨੇ ਉਹਨਾਂ ਦੇ ਸੰਦੀਪ ਜਾਖੜ, ਉਹਨਾਂ ਦੇ ਲਈ ਹੀ ਕੈਂਪੇਨ ਕਰਨਗੇ? ਇਹ ਕਾਫੀ ਆਪਣੇ ਆਪ ਦੇ ਵਿੱਚ ਇੰਟਰਸਟਿੰਗ ਜਿਹੜਾ ਵਾ ਉਹ ਰਹਿਣ ਵਾਲਾ ਵਾ। ਦੂਸਰਾ ਇਹ ਵੀ ਹੈ ਕਿ 2017 ਚ ਜੋ ਕਾਂਗਰਸ ਨੇ ਕੀਤਾ ਸੀ, ਰਵਨੀਤ ਬਿੱਟੂ ਨੂੰ ਜਲਾਲਾਬਾਦ ਭੇਜ ਦਿੱਤਾ, ਉਹ ਤਸਵੀਰ ਨਜ਼ਰ ਨਹੀਂ ਆ ਰਹੀ। ਰਵਨੀਤ ਬਿੱਟੂ ਇਸੇ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਲੰਬੀ ਚਲੇ ਗਏ ਸੀ, ਜਰਨੈਲ ਵਰਸਸ ਜਰਨੈਲ ਦੇਖਣ ਚ ਮਿਲੇ ਸੀ। ਲੇਕਿਨ ਇਸ ਵਾਰ ਉਮੀਦਵਾਰਾਂ ਨੂੰ ਇਹ ਲੱਗ ਰਿਹਾ, ਚਾਹੇ ਵੱਡੇ ਕਾਂਗਰਸ ਦੇ ਲੀਡਰ ਹੋਣ, ਚਾਹੇ ਨਵਜੋਤ ਸਿੱਧੂ ਹੋਣ, ਚਾਹੇ ਚਰਨਜੀਤ ਸਿੰਘ ਚੰਨੀ ਹੋਣ ਜਾਂ ਫਿਰ ਸੁਖਜਿੰਦਰ ਰੰਧਾਵਾ ਹੋਣ, ਉਹਨਾਂ ਨੂੰ ਇਹ ਲੱਗ ਰਿਹਾ ਕਿ ਪਹਿਲਾਂ ਆਪਣੀ ਸੀਟ ਬਚਾਣੀ ਜ਼ਰੂਰੀ ਹੈ। ਸੀਟ ਬਚੇਗੀ ਤਾਂ ਉਸ ਤੋਂ ਬਾਅਦ ਹੀ ਦੇਖਿਆ ਜਾਏਗਾ ਸੀਐਮ ਕਿਸਨੇ ਬਣਨਾ ਹੈ, ਮੰਤਰੀ ਕਿਸਨੇ ਬਣਨਾ ਹੈ। ਲੇਕਿਨ ਅਗਰ ਆਪਣੀ ਸੀਟ ਹਾਰ ਗਏ ਤਾਂ ਫਿਰ ਇੱਕ ਵੱਡਾ ਨੁਕਸਾਨ ਵੀ ਹੋ ਸਕਦਾ ਹੈ। ਇਸੇ ਵਜ੍ਹਾ ਕਰਕੇ ਨਾ ਤਾਂ 2 ਸੀਟਾਂ ਤੇ
ਕਾਂਗਰਸ ਦੇ ਲੀਡਰ ਲੜਦੇ ਹੋਏ ਨਜ਼ਰ ਆ ਰਹੇ ਔਰ ਨਾ ਹੀ ਕਿਸੇ ਵੱਡੇ ਚਿਹਰੇ ਦੇ ਖਿਲਾਫ, ਚਾਹੇ ਭਗਵੰਤ ਮਾਨ ਹੋਣ, ਸੁਖਬੀਰ ਬਾਦਲ ਹੋਣ ਜਾਂ ਮਜੀਠੀਆ ਹੋਣ, ਉਹਨਾਂ ਦੇ ਖਿਲਾਫ ਕੋਈ ਵੀ ਵੱਡਾ ਚਿਹਰਾ ਮੈਦਾਨ ਦੇ ਵਿੱਚ ਨਹੀਂ ਉਤਰਿਆ ਹੈ। ਗੌਰਵ ਜੀ ਬਿਲकुल, बहुत सारे नाम का जिक्र कर रहे हैं पंकज कपाही साडे सहयोगी, ਤਾਂ ਇੱਕ ਇੱਕ ਕਰਕੇ ਅਸੀਂ ਵੱਖ-ਵੱਖ ਜਿਹੜੇ ਹਲਕੇ ਨੇ ਉਹਨਾਂ ਦਾ ਵੀ ਜ਼ਿਕਰ ਕਰਾਂਗੇ ਕਿ ਕਿਹੜੇ ਹਲਕੇ ਤੋਂ ਕਿਸ ਨੂੰ ਟਿਕਟ ਦਿੱਤੀ ਗਈ ਹੈ। ਤਫਸੀਲ ਦੇ ਨਾਲ ਜਾਣਨਾ ਜ਼ਰੂਰੀ ਹੈ ਔਰ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣੀ ਵੀ ਜ਼ਰੂਰੀ ਹੈ।